ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚਕਰ ਚਹਨ ਅਰ ਵਰਨ ਜਾਤ ਅਰ ਪਾਤ ਨਹਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇਕ ਸਰਨਾ ਮਿਲੈ ਦਾਨ ਸੰਤਰੇਨ ਜਿਹੇ ਲਗ ਭਵ ਜਲ ਤਰਨਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ ਬਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ 10 ਗੁਰਮੂਰਤ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿਖੇ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਧਨਤਾ ਦੇ ਪਾਤਰ ਹੋ ਕਿ ਚੱਲ ਰਹੇ ਗੁਰਮਤਿ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਤੇ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਗੁਰਮਤਿ ਸਮਾਗਮ ਕਰਨ ਦਾ ਪ੍ਰਯੋਜਨ ਕੀ ਹੈ, ਮਨੋਰਥ ਕੀ ਹੈ? ਇਹ ਮਨੋਰਥ ਦੇ ਪ੍ਰਯੋਜਨ ਸਾਨੂੰ ਸਮਝ ਲੈਣਾ ਚਾਹੀਦਾ। ਆਮ ਕਰਕੇ ਅਸੀਂ ਗੁਰਮਤਿ ਸਮਾਗਮ ਦੀ ਰੂਪ ਰੇਖਾ ਕੁਝ ਹੋਰ ਢੰਗ ਦੀ ਬਣਾ ਦਿੱਤੀ ਹੈ। ਬਹੁਤੇ ਗੁਰਮਤਿ ਸਮਾਗਮ ਵਿੱਚ ਆਏ, ਰੌਣਕ ਮੇਲਾ ਵੇਖਿਆ, ਵਧੀਆ ਲੰਗਰ ਪ੍ਰਸ਼ਾਦਾ ਚੱਲ ਰਿਹਾ ਸੀ, ਛਕਿਆ, ਥੋੜਾ ਬਹੁਤਾ ਇੱਧਰ ਉੱਧਰ ਘੁੰਮੇ ਤੇ ਘਰ ਚਲੇ ਗਏ।
ਕਿ ਗੁਰਮਤਿ ਸਮਾਗਮ ਇੰਨਾ ਕੀ ਸੁਨੇਹਾ ਦਿੰਦੇ ਨੇ ਕਿ ਗੁਰਮਤਿ ਸਮਾਗਮਾਂ ਵਿੱਚੋਂ ਇਹੀ ਮੈਸੇਜ ਮਿਲਦਾ। ਗੁਰਮਤਿ ਸਮਾਗਮ ਵਿੱਚ ਆਉਣ ਦਾ ਪ੍ਰਯੋਜਨ ਇਹੀ ਹੈ ਕਿ ਅਸੀਂ ਪੱਲੇ ਬੰਨ੍ਹ ਕੇ ਕੀ ਲੈ ਕੇ ਚੱਲੇ। ਅਸੀਂ ਕੋਈ ਵਿਚਾਰ ਆਪਣੇ ਜੀਵਨ ਵਿੱਚ ਧਾਰਨ ਕਰਕੇ ਚੱਲੇ ਹਾਂ। ਜੋ ਗੁਰਮਤਿ ਸਮਾਗਮ ਵਿੱਚ ਵਿਚਾਰਾਂ ਹੋਈਆਂ ਨੇ, ਕੀਰਤਨ ਹੋਇਆ, ਗੁਰਮਤਿ ਵਿਚਾਰਾਂ ਹੋਣੀਆਂ ਨੇ, ਉਹਦੇ 'ਚੋਂ ਐਸੀ ਕਿਹੜੀ ਗੱਲ ਹੈ ਜਿਹੜੀ ਅਸੀਂ ਆਪਣੇ ਪੱਲੇ ਬੰਨ੍ਹ ਕੇ ਲੈ ਕੇ ਚੱਲੇ ਹਾਂ। ਜੇ ਤਾਂ ਕੋਈ ਬਚਨ ਪੱਲੇ ਬੰਨ੍ਹ ਲਿਆ ਤਾਂ ਸਮਝ ਲਓ ਗੁਰਮਤਿ ਸਮਾਗਮ ਵਿੱਚ ਸਾਡਾ ਆਇਆ ਹੋਇਆ ਸਫਲ ਹੋ ਗਿਆ, ਸਾਡੀ ਹਾਜ਼ਰੀ ਲੱਗ ਗਈ। ਪਰ ਜਿਹੋ ਜੇ ਆਏ ਉਸੇ ਤਰ੍ਹਾਂ ਚਲੇ ਗਏ ਤੇ ਫਿਰ ਕੋਈ ਹਾਜ਼ਰੀ ਪ੍ਰਵਾਨ ਨਹੀਂ ਹੋਈ। ਗੁਰਮਤਿ ਸਮਾਗਮਾਂ ਵਿੱਚ ਆ ਕੇ ਅਸੀਂ ਗ੍ਰਹਿਣ ਕੀ ਕਰਨਾ ਹੈ, ਇਹ ਵਿਚਾਰ ਕਰਨੀ। ਤਿਆਗਣਾ ਕੀ ਹੈ ਇਹ ਵੀ ਸੋਚਣਾ, ਇਹ ਵੀ ਵਿਚਾਰਨਾ ਕਿ ਤਿਆਗਣਾ ਕੀ ਹੈ ਔਰ ਗ੍ਰਹਿਣ ਕੀ ਕਰਨਾ। ਦੋ ਚੀਜ਼ਾਂ ਨੇ, ਤਿਆਗ ਤੇ ਗ੍ਰਹਿਣ ਕਰਨਾ। ਤਿਆਗਣਾ ਕੀ ਹੈ ਔਰ ਗ੍ਰਹਿਣ ਕੀ ਕਰਨਾ। ਜਦੋਂ ਗੱਲ ਤਿਆਗਣ ਦੀ ਆਉਂਦੀ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ, ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਮੋਹ ਤਿਆਗਨਾ। ਜਦੋਂ ਤਿਆਗਣ ਦੀ ਗੱਲ ਕਰਦੇ ਨੇ ਤੇ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ, ਭਾਈ ਗੁਰਮੁਖਾ ਤੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦਾ ਤਿਆਗ ਕਰ ਦੇ, ਇਹਨਾਂ ਨੂੰ ਤਿਆਗ ਦੇ। ਹੁਣ ਕੋਈ ਸਵਾਲ ਕਰੇ ਕਿ ਕਾਮ ਦੀ ਤਿਆਗੀ ਕਰਕੇ, ਕਾਮ ਨੂੰ ਤਿਆਗ ਕੇ ਸੰਸਾਰ ਦੀ ਉਤਪਤੀ ਕਿਵੇਂ ਹੋਵੇਗੀ? ਕਿਉਂਕਿ ਸੰਸਾਰ ਦੀ ਉਤਪਤੀ ਦਾ ਸਾਧਨ ਕਾਮ ਹੈ। ਹੁਣ ਸਤਿਗੁਰੂ ਜੀ ਕਹਿੰਦੇ ਕਾਮ ਤਿਆਗ ਦਿਓ। ਸੰਸਾਰ ਦੀ ਉਤਪਤੀ ਦਾ ਮੂਲ ਕਾਰਨ ਕਾਮ ਹੈ। ਕਾਮ ਤੋਂ ਸੰਸਾਰ ਪੈਦਾ ਹੋ ਰਿਹਾ, ਜੀਵ ਪੈਦਾ ਹੋ ਰਿਹਾ। ਉੱਥੇ ਜਿਸ ਕਾਮ ਦੇ ਤਿਆਗ ਦੀ ਗੱਲ ਸਤਿਗੁਰੂ ਜੀ ਕਰਦੇ ਨੇ, ਉਸ ਕਾਮ ਦੇ ਤਿਆਗ ਦੀ ਗੱਲ ਕਰਦੇ ਨੇ ਜਿਹੜਾ ਕਾਮ ਸੀਮਾ ਨੂੰ ਟੱਪ ਜਾਏ, ਹੱਦ ਨੂੰ ਟੱਪ ਜਾਏ। ਉੱਥੇ ਉਹ ਕਾਮ ਸ਼ੈਤਾਨ ਹੈ, ਉੱਥੇ ਉਹ ਕਾਮ ਦਾਨਵ ਹੈ। ਪਰ ਜਿੱਥੇ ਉਹੀ ਕਾਮ ਸੀਮਾ ਵਿੱਚ, ਦਾਇਰੇ ਵਿੱਚ ਰਹਿੰਦਾ ਤਾਂ ਉਸੇ ਕਾਮ ਨੂੰ ਸ਼ਾਸਤਰਾਂ ਨੇ ਦੇਵਤਾ ਵੀ ਕਿਹਾ। ਕਾਮਦੇਵ ਕਹਿ ਕੇ ਕਾਮ ਨੂੰ ਬੁਲਾਇਆ ਜਾਂਦਾ। ਹੁਣ ਕ੍ਰੋਧ ਵੀ ਇੱਕ ਇਹੋ ਜਿਹਾ ਬਸੋਲਾ ਬਣ ਜਾਂਦਾ, ਜੇ ਵੀਰ ਰਸ ਨਾ ਹੋਵੇ ਤੇ ਅਸੀਂ ਆਪਣੇ ਸਵੈ ਧਰਮ ਦੀ ਰਾਖੀ ਕਿਵੇਂ ਕਰਾਂਗੇ? ਵੀਰ ਰਸ ਤੇ ਕ੍ਰੋਧ ਕਿਸ ਨੂੰ ਕਹਿੰਦੇ ਨੇ? ਕ੍ਰੋਧ ਵਿੱਚ ਹੋਸ਼ ਖਤਮ ਹੋ ਜਾਂਦਾ। ਜਦੋਂ ਕ੍ਰੋਧ ਹੁੰਦਾ ਉਦੋਂ ਹੋਸ਼ ਨਹੀਂ ਰਹਿੰਦਾ, ਉਦੋਂ ਬੰਦੇ ਨੂੰ ਸਮਝ ਨਹੀਂ ਰਹਿੰਦੀ, ਸੋਝ ਹੀ ਨਹੀਂ ਰਹਿੰਦੀ ਕਿ ਮੇਰੇ ਸਾਹਮਣੇ ਖਲੋਤਾ ਮੇਰਾ ਭਰਾ ਹੈ, ਮੇਰਾ ਪੁੱਤਰ ਹੈ, ਮਾਂ ਹੈ, ਬਾਪ ਹੈ। ਕ੍ਰੋਧ ਬਸ ਹਮਲਾ ਕਰਾ ਦਿੰਦਾ ਹੈ। ਔਰ ਇਸੇ ਕਰਕੇ ਕਈ ਵਾਰੀ ਭਰਾ ਭਰਾ ਨੂੰ ਮਾਰ ਦਿੰਦਾ ਹੈ, ਪੁੱਤਰ ਪਿਓ ਨੂੰ ਮਾਰ ਦਿੰਦਾ ਹੈ, ਪੁੱਤਰ ਪਿਓ ਪੁੱਤਰ ਨੂੰ ਮਾਰ ਦਿੰਦਾ ਹੈ, ਕ੍ਰੋਧ ਵਸ ਹੋ ਕੇ। ਕਿਉਂਕਿ ਕ੍ਰੋਧ ਹੋਸ਼ ਨੂੰ ਖਤਮ ਕਰ ਦਿੰਦਾ। ਉੱਥੇ ਉਸ ਕ੍ਰੋਧ ਨੂੰ ਸਤਿਗੁਰਾਂ ਨੇ ਤਿਆਗਣ ਲਈ ਕਿਹਾ। ਪਰ ਜਦੋਂ ਉਸ ਕ੍ਰੋਧ ਵਿੱਚ ਹੋਸ਼ ਮਿਲਾ ਦਿੱਤਾ ਜਾਏ, ਉਸ ਕ੍ਰੋਧ ਨੂੰ ਕਿਹਾ ਜਾਂਦਾ ਵੀਰ ਰਸ। ਉਹ ਜਿਹੜਾ ਵੀਰ ਰਸ ਹੈ ਉਹ ਸਾਡੇ ਧਰਮ ਦੀ ਰਾਖੀ ਕਰਦਾ, ਉਹ ਸਵੈ ਧਰਮ ਦੀ ਰਾਖੀ ਕਰਦਾ। ਉਹੀ ਵੀਰ ਰਸ ਲੈ ਕੇ ਸੂਰਮੇ ਬਹਾਦਰ ਜੰਗ ਦੇ ਮੈਦਾਨ 'ਚ ਲੜਦੇ ਰਹੇ ਨੇ, ਉਸੇ ਵੀਰ ਰਸ ਨੂੰ ਧਾਰਨ ਕਰਕੇ। ਵੀਰ ਰਸ ਕੀ ਹੈ? ਦਿਮਾਗ ਸ਼ਾਂਤ ਰਹਿਣਾ, ਸਰੀਰ ਕਰਕੇ ਲੜਦੇ ਹੋਣਾ। ਇਹ ਲੜਾਈ ਦਾ ਜਿਹੜਾ ਤਰੀਕਾ ਹੈ ਨਾ ਜੰਗ ਦੇ ਮੈਦਾਨ ਵਿੱਚ, ਦਿਮਾਗ ਨੂੰ ਠੰਡਾ ਰੱਖਣਾ, ਸ਼ਾਂਤ ਰੱਖਣਾ ਤੇ ਸਰੀਰ ਨੂੰ ਲੜਾਈ ਵਿੱਚ ਲਾ ਕੇ ਰੱਖਣਾ। ਜੇ ਤੁਸੀਂ ਦਿਮਾਗ ਵਿੱਚ ਵੀ ਗੁੱਸਾ ਲੈ ਕੇ ਆ ਗਏ ਹੋ ਤੇ ਆਪਣਾ ਨੁਕਸਾਨ ਕਰ ਲਓ। ਦਿਮਾਗ ਸ਼ਾਂਤ ਰਹੇ, ਸਰੀਰ ਜੰਗ ਲੜ ਰਿਹਾ ਹੈ, ਉਹਨੂੰ ਕਹਿੰਦੇ ਨੇ ਜੰਗ ਲੜਨਾ, ਉਹਨੂੰ ਕਹਿੰਦੇ ਨੇ ਯੁੱਧ ਲੜਨਾ। ਵੀਰ ਰਸ ਦੇ ਸਹਿਤ ਜੰਗ ਲੜਨਾ।
ਤੋ ਇਹ ਤਿਆਗਣ ਵਾਸਤੇ ਮਹਾਰਾਜ ਜੀ ਨੇ ਲੋਭ ਨੂੰ ਤਿਆਗਣ ਵਾਸਤੇ ਕਿਹਾ, ਮੋਹ ਨੂੰ ਤਿਆਗਣ ਵਾਸਤੇ ਕਿਹਾ, ਹੰਕਾਰ ਨੂੰ ਤਿਆਗਣ ਵਾਸਤੇ ਕਿਹਾ। ਗ੍ਰਹਿਣ ਕੀ ਕਰਨਾ? ਸਤ, ਸੰਤੋਖ, ਦਇਆ, ਖਿਮਾ, ਇਹ ਜਿਹੜੀਆਂ ਬਿਰਤੀਆਂ ਨੇ ਸ਼ੁਭ ਗੁਣਾਂ ਦੀਆਂ, ਇਹ ਗ੍ਰਹਿਣ ਕਰਨੀਆਂ ਨੇ, ਇਹਨਾਂ ਨੂੰ ਧਾਰਨ ਕਰਨਾ ਹੈ। ਰਾਗੀ ਸਿੰਘਾਂ ਨੇ ਸ਼ਬਦ ਪੜ੍ਹਿਆ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਆਉਣ ਵਾਲੇ ਦਿਨਾਂ 'ਚ 13 ਤਰੀਕ ਨੂੰ ਖਾਲਸੇ ਦਾ ਜਨਮ ਦਿਹਾੜਾ ਆ ਰਿਹਾ, ਵਿਸਾਖੀ ਦਾ ਦਿਨ, ਖਾਲਸੇ ਦਾ ਜਨਮ ਦਿਹਾੜਾ। ਮਹਾਰਾਜ ਜੀ ਕਹਿੰਦੇ ਜਦੋਂ ਤੱਕ ਮੇਰਾ ਖਾਲਸਾ ਨਿਆਰਾ ਹੈ, ਉਦੋਂ ਤੱਕ ਮੈਂ ਇਹਨੂੰ ਆਪਣਾ ਸਾਰਾ ਤੇਜ, ਆਪਣਾ ਸਾਰਾ ਪ੍ਰਤਾਪ ਦੇ ਦਿੰਦਾ। ਜਦੋਂ ਤੱਕ ਮੇਰਾ ਖਾਲਸਾ ਨਿਆਰਾ ਹੈ। ਨਿਆਰਾਪਨ ਕਿਸ ਨੂੰ ਕਹਿੰਦੇ ਨੇ? ਸਾਡਾ ਸਰੂਪ ਨਿਆਰਾ ਹੈ। ਅਸੀਂ ਨਾ ਹਿੰਦੂਆਂ ਨਾਲ ਰਲਦੇ ਹਾਂ, ਨਾ ਮੁਸਲਮਾਨਾਂ ਨਾਲ ਰਲਦੇ ਹਾਂ। ਸਾਡਾ ਸਿਧਾਂਤ ਵੀ ਨਿਆਰਾ ਹੈ। ਸਾਡੀ ਰਹਿਣੀ ਬਹਿਣੀ, ਕਹਿਣੀ ਸਹਿਣੀ ਇਹਨਾਂ ਸਾਰਿਆਂ ਨਾਲੋਂ ਨਿਆਰੀ ਹੈ, ਵੱਖਰੀ ਹੈ। ਦੁਨੀਆ ਦੇ ਕੋਲੋਂ ਰੋਟੀ ਮੁੱਕ ਜਾਂਦੀ ਹੈ, ਪ੍ਰਸ਼ਾਦਾ ਮੁੱਕ ਜਾਂਦਾ ਹੈ, ਤੇ ਉਹ ਕਹਿੰਦੇ ਰੋਟੀ ਮੁੱਕ ਗਈ ਹੈ, ਖਾਣਾ ਮੁੱਕ ਗਿਆ ਹੈ, ਭੋਜਨ ਮੁੱਕ ਗਿਆ ਹੈ। ਪਰ ਅਸੀਂ, ਸਾਡੇ ਲੰਗਰ ਕਿਤੇ ਮਸਤਾਨਾ ਹੋ ਜੇ ਤੇ ਅਸੀਂ ਇਹ ਨਹੀਂ ਕਹਿੰਦੇ ਮੁੱਕ ਗਿਆ ਹੈ, ਅਸੀਂ ਕਹਿੰਦੇ ਲੰਗਰ ਮਸਤ ਹੋ ਗਿਆ। ਦੁਨੀਆ ਦੇ ਕਿਸੇ ਵਿਅਕਤੀ ਨੂੰ ਭੁੱਖ ਲੱਗਦੀ ਹੈ ਤੇ ਕਹਿੰਦੇ ਹਾਏ ਮਰ ਗਿਆ, ਭੁੱਖ ਲੱਗੀ ਹੈ। ਪਰ ਕਿਸੇ ਸਿੰਘ ਨੂੰ ਭੁੱਖ ਲੱਗਦੀ ਤੇ ਉਹ ਇਹ ਨਹੀਂ ਕਹਿੰਦਾ ਭੁੱਖ ਲੱਗੀ, ਕਹਿੰਦਾ ਕੜਾਕਾ ਲੱਗਾ ਹੈ। ਉਹ ਕੱਲੇ ਨੂੰ ਇੱਕ ਕਹਿੰਦੇ ਨੇ ਤੇ ਖਾਲਸੇ ਦਾ ਨਿਆਰਾਪਨ ਨੇ ਕੱਲੇ ਨੂੰ 1.25 ਲੱਖ ਕਹਿੰਦਾ ਹੈ। ਸਾਡੇ ਬੋਲੇ ਵੀ ਵੱਖਰੇ ਨੇ, ਸਾਡੀਆਂ ਜਿਹੜੇ ਸਾਡੇ ਬੋਲੇ ਨੇ ਉਹ ਵੀ ਇਹਨਾਂ ਨਾਲੋਂ ਨਿਰਾਲੇ ਨੇ, ਵੱਖਰੇ ਨੇ। ਸਾਡੇ ਬੋਲੇ ਇਹਨਾਂ ਨਾਲ ਮੇਲ ਨਹੀਂ ਖਾਂਦੇ। ਪਰ ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਸਾਨੂੰ ਸਾਡੇ ਬੋਲੇ ਵੀ ਭੁੱਲਦੇ ਜਾ ਰਹੇ ਨੇ, ਸਾਨੂੰ ਸਾਡੇ ਬੋਲੇ ਯਾਦ ਨਹੀਂ ਰਹੇ। ਸਾਨੂੰ ਸਾਡੇ ਬੋਲੇ ਚੇਤੇ ਨਹੀਂ ਰਹੇ। ਤੂੰ ਸਾਡੇ ਜਿੱਥੇ ਬੋਲੇ ਵੱਖਰੇ ਨੇ, ਨਿਰਾਲੇ ਨੇ, ਸਾਡਾ ਸਰੂਪ ਨਿਰਾਲਾ ਹੈ, ਸਾਡਾ ਸਿਧਾਂਤ ਨਿਰਾਲਾ ਹੈ, ਸਾਡਾ ਜੀਵਨ ਦਾ ਢੰਗ ਨਿਰਾਲਾ ਹੈ। ਹਰ ਪੱਖ ਤੋਂ ਅਸੀਂ ਨਿਆਰੇ ਹਾਂ। ਖਾਲਸਾ ਜੀ, ਜਦੋਂ ਤੱਕ ਸਾਡਾ ਨਿਆਰਾਪਨ ਕਾਇਮ ਹੈ, ਉਦੋਂ ਤੱਕ ਕਲਗੀਧਰ ਕਹਿੰਦੇ ਮੈਂ ਆਪਣਾ ਸਾਰਾ ਤੇਜ, ਆਪਣਾ ਸਾਰਾ ਪ੍ਰਤਾਪ ਆਪਣੇ ਖਾਲਸੇ ਨੂੰ ਦੇ ਦਿੰਦਾ। ਪਰ ਜਦੋਂ ਮੇਰਾ ਖਾਲਸਾ ਵਿਪਰਨ ਕੀ ਰੀਤ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਜਦੋਂ ਇਹ ਬ੍ਰਾਹਮਣਵਾਦੀ ਬਿਰਤੀਆਂ ਨੂੰ ਧਾਰਨ ਕਰ ਲੈਂਦਾ ਹੈ। ਬ੍ਰਾਹਮਣਵਾਦੀ ਬਿਰਤੀ ਕੀ ਹੈ? ਹਥਿਆਰ ਸੱਟ ਦਿੰਦਾ, ਸ਼ਸਤਰ ਨਹੀਂ ਰੱਖਦਾ। ਸ਼ਸਤਰਾਂ ਨੂੰ ਤਿਆਗ ਦੇਵੇ, ਬ੍ਰਾਹਮਣਵਾਦੀ ਰੀਤ ਹੈ। ਕਿਉਂਕਿ ਬ੍ਰਾਹਮਣ ਹਥਿਆਰ ਨਹੀਂ ਰੱਖਦਾ, ਬ੍ਰਾਹਮਣ ਸ਼ਸਤਰ ਨਹੀਂ ਰੱਖਦਾ। ਤੇ ਜਿਹੜਾ ਸਿੱਖ ਸ਼ਸਤਰ ਛੱਡ ਦਿੰਦਾ, ਸ਼ਸਤਰ ਤਿਆਗ ਦਿੰਦਾ, ਉਹ ਵੀ ਬ੍ਰਾਹਮਣ ਹੈ, ਉਹ ਵੀ ਬ੍ਰਾਹਮਣ ਬਣ ਗਿਆ। ਜਿਹਨੇ ਹਥਿਆਰ ਛੱਡ ਦਿੱਤਾ, ਸ਼ਸਤਰ ਛੱਡ ਦਿੱਤਾ, ਉਹ ਬ੍ਰਾਹਮਣ ਹੀ ਹੈ ਨਾ। ਦੱਸੋ ਖਾਂ ਭਲਾ ਸਾਡੇ ਸਿੰਘ ਬੈਠੇ ਆਪਾਂ ਸਾਰੇ, ਸਾਡੇ ਚੋਂ ਕਿੰਨੇ ਕੁ ਸਾਡੇ ਸਿੱਖਾਂ ਦੇ ਬੱਚੇ ਹੋਣਗੇ ਜਿਨ੍ਹਾਂ ਨੂੰ ਸ਼ਸਤਰ ਚਲਾਉਣੇ ਆਉਂਦੇ ਨੇ? ਕਿੰਨੇ ਕੁ ਸਾਡੇ ਬੱਚੇ ਹੋਣਗੇ ਜਿਨ੍ਹਾਂ ਨੂੰ ਕਿਰਪਾਨ ਚਲਾਉਣੀ ਆਉਂਦੀ ਹੋਵੇਗੀ? ਵਿਆਹ ਵਾਲੇ ਦਿਨ ਅਸੀਂ ਆਪਣੇ ਬੱਚੇ ਨੂੰ ਕਿਰਪਾਨ ਫੜਾ ਦਿੰਨੇ ਆ, ਉਹ ਵੀ ਉਹਨੂੰ ਫੜਨੀ ਨਹੀਂ ਆਉਂਦੀ, ਉਹਦੀ ਮਜਬੂਰੀ ਹੁੰਦੀ ਆ ਫੜਨ ਵਾਸਤੇ। ਉਹਨੂੰ ਇਹ ਨਹੀਂ ਪਤਾ ਕਿ ਇਸ ਕਿਰਪਾਨ ਨੂੰ ਫੜਨ ਵਾਸਤੇ ਹੱਥ ਧੋਣੇ ਨੇ, ਜਦੋਂ ਪਕੜਨੀ ਇਹਨੂੰ ਜ਼ਮੀਨ ਤੇ ਥੱਲੇ ਲਾਉਣਾ ਕਿ ਨਹੀਂ ਲਾਉਣਾ,
ਨਾ ਉਹਨੂੰ ਪਕੜਨ ਦਾ ਢੰਗ ਪਤਾ, ਨਾ ਤਰੀਕਾ ਪਤਾ। ਸਾਡੇ ਬੱਚਿਆਂ ਨੂੰ ਘੋੜੇ ਤੇ ਚੜ੍ਹਨਾ ਨਹੀਂ ਆਉਂਦਾ। ਹੈਰਾਨੀ ਦੀ ਬਾਤ ਹੈ, ਜਿਹੜੇ ਸਿੰਘ 100 ਸਾਲ ਘੋੜਿਆਂ ਦੀਆਂ ਕਾਠੀਆਂ ਤੇ ਰਹੇ ਨੇ, ਉਹਨਾਂ ਸਿੰਘਾਂ ਦੇ ਬੱਚਿਆਂ ਨੂੰ ਘੋੜ ਸਵਾਰੀ ਨਾ ਆਉਂਦੀ ਹੋਵੇ, ਵਿਆਹ ਵਾਲੇ ਦਿਨ ਉਹ ਵੀ ਫੜ ਫੜਾ ਕੇ ਚੁੱਕ ਚੁਕਾ ਕੇ ਘੋੜੀ ਤੇ ਬਿਠਾਣਾ ਪੈਂਦਾ ਹੋਵੇ। ਹੈਰਾਨੀ ਹੈ ਨਾ। ਫਿਰ ਇਹ ਵਿਪਰਨ ਕੀ ਰੀਤ ਇਹੀ ਹੈ ਨਾ, ਬ੍ਰਾਹਮਣਵਾਦੀ ਰੀਤ ਇਹੀ ਹੈ ਕਿ ਸਾਨੂੰ ਸ਼ਸਤਰ ਛੱਡ ਦਿੱਤੇ, ਸ਼ਸਤਰਾਂ ਨੂੰ ਅਸੀਂ ਤਿਆਗ ਦਿੱਤਾ। ਸਿੰਘ ਦਾ ਬੱਚਾ ਹੋਵੇ, ਉਹਨੂੰ ਕਿਰਪਾਨ ਫੜਦੀ ਨਾ ਆਉਂਦੀ ਹੋਵੇ। ਜਿਹੜਾ ਪੈਦਾ ਹੀ ਖੰਡੇ ਦੀ ਧਾਰ 'ਚ ਹੋਇਆ, ਉਹਨੂੰ ਕਿਰਪਾਨ ਫੜਨੀ ਨਾ ਆਉਂਦੀ ਹੋਵੇ। ਹੈਰਾਨੀ ਦੀ ਗੱਲ ਹੈ। ਕਲਗੀਧਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਦੇ ਸਮੇਂ ਇੱਕ ਕਵੀ ਹੋਇਆ। ਕਵੀ ਦਾ ਨਾਂ ਹੈ ਕਵੀ ਹੀਰ। 10ਵੇਂ ਪਾਤਸ਼ਾਹ ਦੇ ਦਰਬਾਰ 'ਚ 52 ਕਵੀ ਸਨ ਮੁੱਖ। ਵੈਸੇ ਤਾਂ ਹੋਰ ਵੀ ਬੜੇ ਵਿਦਵਾਨ ਸੀ, ਪਰ 52 ਕਵੀ ਸਤਿਗੁਰਾਂ ਦੇ ਦਰਬਾਰ ਦਾ ਸ਼ਿੰਗਾਰ ਸਨ, ਜਿਹੜੇ ਮੁੱਖ ਸਨ, ਪ੍ਰਮੁੱਖ ਸਨ। ਬੜੇ ਬੜੇ ਆਲਮ ਵਿਦਵਾਨ, ਕਵੀ ਹੀਰ, ਕਵੀ ਚੰਦਨ, ਕਵੀ ਕੰਕਣ, ਕਵੀ ਟੈਕਣ, ਕਵੀ ਨੰਦ ਲਾਲ ਜੀ, ਕਵੀ ਧੰਨਾ ਸਿੰਘ ਜੀ, ਕਿੰਨੇ ਹੀ ਕਵੀ ਮਹਾਰਾਜ ਜੀ ਦੇ ਦਰਬਾਰ ਦਾ ਸ਼ਿੰਗਾਰ ਸਨ। ਔਰ ਸਤਿਗੁਰੂ ਜੀ ਉਹਨਾਂ ਕਵੀਆਂ ਦਾ, ਉਹਨਾਂ ਵਿਦਵਾਨਾਂ ਦਾ ਬੜਾ ਸਤਿਕਾਰ ਕਰਦੇ ਸਨ। ਉਹਨਾਂ ਨੂੰ ਖੁੱਲੀ ਮਾਇਆ ਦੇ ਗੱਫੇ ਦੇਣੇ ਕਿ ਕੋਈ ਵਿਦਵਾਨ ਉਦੋਂ ਤੱਕ ਹੀ ਆਪਣੀ ਕੌਮ ਦਾ ਪ੍ਰਚਾਰ ਕਰ ਸਕਦਾ ਜਦੋਂ ਤੱਕ ਉਹਨੂੰ ਘਰ ਵੱਲੋਂ ਬੇਫਿਕਰੀ ਹੋਵੇ। ਜੇ ਕਿਸੇ ਵਿਦਵਾਨ ਨੂੰ ਇਹ ਚਿੰਤਾ ਹੈ, ਇਹ ਫਿਕਰ ਹੈ ਵੀ ਮੇਰੇ ਟੱਬਰ ਦੀ ਰੋਟੀ ਕਿਵੇਂ ਚੱਲੇਗੀ, ਸਵੇਰ ਵਾਸਤੇ ਆਟਾ ਕੋਈ ਨਹੀਂ, ਚਾਹ ਵਾਸਤੇ ਪੱਤੀ ਕੋਈ ਨਹੀਂ, ਖੰਡ ਕੋਈ ਨਹੀਂ ਘਰ 'ਚ, 2 ਪੈਸੇ ਆਉਣ ਤੇ ਮੈਂ ਉਹ ਮਾਇਆ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਾਂ। ਹੁਣ ਜਿਹੜੇ ਵਿਦਵਾਨ ਨੂੰ ਇਸੇ ਗੱਲ ਦਾ ਫਿਕਰ ਹੋਵੇਗਾ, ਉਹ ਆਪਣੀ ਕੌਮ ਦਾ ਕੀ ਪ੍ਰਚਾਰ ਕਰੇਗਾ, ਉਹ ਆਪਣੇ ਧਰਮ ਦਾ ਕੀ ਪ੍ਰਚਾਰ ਕਰੇਗਾ। ਈਸਾਈਆਂ ਦੇ ਵਿੱਚ ਮੈਨੂੰ ਇੱਕ ਸੱਜਣ ਨੇ ਗੱਲ ਸੁਣਾਈ। ਉਹ ਕਹਿੰਦੇ ਵੀ ਈਸਾਈਆਂ ਦਾ ਕੋਈ ਬੰਦਾ ਮਰ ਗਿਆ ਤੇ ਕਹਿੰਦੇ ਮੈਂ ਉੱਥੇ ਚਲਾ ਗਿਆ ਉਹਦੀ ਅੰਤਮ ਕਿਰਿਆ ਤੇ ਇੱਕ ਪੋਪ ਸੀ ਅੰਗਰੇਜ਼ਾਂ ਦਾ, ਈਸਾਈਆਂ ਦਾ, ਹੈ ਤਾਂ ਇੰਡੀਅਨ ਹੀ ਸੀ ਪਰ ਉਹ ਈਸਾਈ ਸੀ, ਤੇ ਉਹ ਕਥਾ ਕਰ ਰਿਹਾ ਸੀ। ਕਹਿੰਦੇ ਮੈਂ ਉੱਥੇ ਚਲਾ ਗਿਆ ਤੇ ਜਦੋਂ ਗਿਆ ਤੇ ਕਹਿੰਦੇ ਜਿਵੇਂ ਆਮ ਕਰਕੇ ਸਾਡੇ ਸਿੱਖਾਂ ਵਿੱਚ ਰਵਾਇਤ ਹੈ, ਕੋਈ ਕਥਾਕਾਰ ਜਾਂ ਕੋਈ ਕੀਰਤਨੀਆ ਕੀਰਤਨ ਕਰਦਾ ਹੋਵੇ, ਆਪਾਂ 10-20 ਜਿੰਨਾ ਜਥਾ ਸ਼ਕਤ ਹੁੰਦਾ ਉਹਦੇ ਅੱਗੇ ਰੱਖਦੇ ਨੇ। ਕਹਿੰਦੇ ਮੈਂ ਵੀ 10 ਰੁਪਏ ਉਹਦੇ ਕੋਲ ਰੱਖ ਦਿੱਤੇ। ਉਦੋਂ ਨਹੀਂ ਕਹਿੰਦੇ ਕੁਝ ਬੋਲਿਆ। ਜਦੋਂ ਉਹਨੇ ਆਪਣੀ ਕਥਾ ਦੀ ਸਮਾਪਤੀ ਕੀਤੀ ਤਾਂ 10 ਰੁਪਏ ਚੁੱਕ ਕੇ ਮੇਰੇ ਕੋਲ ਲਿਆਇਆ। ਕਹਿੰਦਾ ਭਾਈ ਸਾਹਿਬ ਆਹ 10 ਰੁਪਏ ਤੁਹਾਡੇ, ਤੁਸੀਂ ਵਾਪਸ ਲੈ ਲਓ। ਕਹਿੰਦੇ ਮੈਂ ਉਹਨੂੰ ਆਖਿਆ ਵੀ ਇਹ ਤਾਂ ਮੈਂ ਤੈਨੂੰ ਦਿੱਤੇ ਨੇ। ਕਹਿੰਦੇ ਮੈਂ ਤੁਹਾਡੇ 10 ਰੁਪਈਆਂ ਦੇ ਪਿੱਛੇ ਅੱਜ ਇੱਕ 10 ਰੁਪਈਏ ਵੇਖਾਂਗਾ, ਕੱਲ੍ਹ ਨੂੰ ਹੋਰ ਵੱਲ ਨਿਗਾਹ ਹੋਵੇਗੀ। ਕਹਿੰਦਾ ਮੈਨੂੰ ਇਹਨਾਂ ਦੀ ਲੋੜ ਨਹੀਂ ਹੈ, ਮੈਨੂੰ 1.5 ਲੱਖ ਰੁਪਈਆ ਤਨਖਾਹ ਈਸਾਈਆਂ ਵੱਲੋਂ ਦਿੱਤੀ ਜਾਂਦੀ ਹੈ ਤੇ ਮੇਰੀ ਸਾਰੀਆਂ ਜ਼ਰੂਰਤਾਂ ਮੇਰੀਆਂ ਪੂਰੀਆਂ ਹੁੰਦੀਆਂ ਨੇ, ਮੈਨੂੰ ਹੋਰ ਕਿਸੇ ਪਾਸੇ ਝਾਕ ਨਹੀਂ ਹੈ। 1.5 ਲੱਖ ਰੁਪਈਆ ਕਹਿੰਦਾ ਮੈਨੂੰ ਤਨਖਾਹ ਮਿਲਦੀ ਹੈ। ਸੋ ਇਹ ਗੱਲ ਸੁਣ ਕੇ ਮੈਂ ਬੜਾ ਪ੍ਰਭਾਵਿਤ ਹੋਇਆ ਕਿ ਅਸੀਂ ਤਾਂ ਆਪਣੇ ਗੁਰੂ ਘਰ ਦੇ ਵਿੱਚ ਜਿਹੜਾ ਗ੍ਰੰਥੀ ਸਿੰਘ ਮੁਕਰਰ ਕਰਨਾ ਹੁੰਦਾ, ਸਭ ਤੋਂ ਪਹਿਲਾਂ ਵੇਖਦੇ ਹਾਂ ਵੀ ਸਭ ਤੋਂ ਘੱਟ ਤਨਖਾਹ ਵਾਲਾ ਗ੍ਰੰਥੀ ਹੋਵੇ। ਜੇ ਕੋਈ ਕਈ ਵਾਰੀ ਮੇਰੇ ਕੋਲ ਵੀ ਕਈ ਸੱਜਣ ਆ ਜਾਂਦੇ ਨੇ, ਗਿਆਨੀ ਜੀ ਕੋਈ ਗ੍ਰੰਥੀ ਸਿੰਘ ਦਿਓ ਵਧੀਆ ਜਾ। ਮੈਂ ਕਹਿਣਾ ਕਿੰਨੀ ਕੁ ਤਨਖਾਹ ਦਿਓਗੇ? ਅੱਗੋਂ ਉਹਨਾਂ ਦਾ ਜਵਾਬ ਹੁੰਦਾ 2500 ਰੁਪਇਆ ਦੇ ਦਿਆ ਕਰਾਂਗੇ। ਪਹਿਲੇ ਨੂੰ 2000 ਦਿੰਦੇ ਸੀ, ਚਲੋ ਤੁਹਾਡੇ ਕਰਕੇ 2500 ਦੇ ਦਿਆ ਕਰਾਂਗੇ, 3000 ਦੇ ਦਿਆ ਕਰਾਂਗੇ। ਦੱਸੋ ਅੱਜ ਦਾ ਜਿਹੜਾ ਇਹ ਸਮਾਂ ਹੁਣ ਚੱਲ ਰਿਹਾ ਹੈ ਕਿ 2500 3000 ਰੁਪਈਏ ਦੇ ਉੱਤੇ ਕਿਸੇ ਦਾ ਗੁਜ਼ਾਰਾ ਚੱਲਦਾ? ਇੱਕ ਦਿਹਾੜੀਦਾਰ ਵੀ ਰੋਜ਼ ਦਿਹਾੜੀ ਕਰਦਾ ਤੇ 400 ਰੁਪਈਆ ਦਿਹਾੜੀ ਦੇ ਹਿਸਾਬ ਨਾਲ ਉਹ 12000 ਰੁਪਈਆ ਮਹੀਨਾ ਕਮਾਉਂਦਾ ਹੈ। ਤੇ ਅਸੀਂ ਕਿੰਨਾ ਕੁ ਸਤਿਕਾਰ ਕਰ ਰਹੇ ਹਾਂ।
ਫਿਰ ਕਹਿੰਦੇ ਆ ਸਾਡੀ ਹੁਣ ਗ੍ਰੰਥੀ ਸਿੰਘ ਜੀ ਗੋਲਕਾਂ ਦੇ ਵਿੱਚ ਡੱਕੇ ਮਾਰਦਾ ਹੈ, ਫਿਰ ਉਹ ਡੱਕੇ ਨਾ ਮਾਰੇਗਾ ਤੇ ਹੋਰ ਕੀ ਕਰੇਗਾ? ਅਸੀਂ ਮਜਬੂਰ ਕੀਤਾ ਉਹਨੂੰ ਇਹ ਕੰਮ ਕਰਨ ਵਾਸਤੇ, ਫਿਰ ਤਾਂ ਉਹਨੇ ਡੱਕੇ ਮਾਰਨੇ ਹੀ ਸੀ ਨਾ। ਜਿੰਨੇ ਵੱਡੇ ਵੱਡੇ ਨੋਟ ਉੱਤੋਂ ਕੱਢਣੇ ਹੀ ਸੀ ਗੋਲਕ ਚੋਂ, ਉਹਨੇ ਹੋਰ ਕੀ ਕਰਨਾ ਸੀ? ਚੋਰ ਤਾਂ ਅਸੀਂ ਬਣਾਇਆ ਉਹਨੂੰ। ਫਿਰ ਕੈਮਰੇ ਲਾ ਕੇ ਅਸੀਂ ਉਹਦੀ ਰਿਕਾਰਡਿੰਗ ਕਰਕੇ ਲੋਕਾਂ ਵਿੱਚ ਪ੍ਰਚਾਰ ਕਰਦੇ, ਵੇਖੋ ਜੀ ਆਹ ਕੰਮ ਕਰਦੇ ਨੇ। ਕਦੇ ਆਪਣੇ ਬਾਰੇ ਵੀ ਵੇਖੋ ਵੀ ਅਸੀਂ ਜਿਹੜੇ ਕੰਮ ਕਰ ਰਹੇ ਹਾਂ ਅਸੀਂ ਕੀ ਕਰ ਰਹੇ ਹਾਂ, ਅਸੀਂ ਉਹਨੂੰ ਕੀ ਦੇ ਰਹੇ ਹਾਂ। ਕਲਗੀਧਰ ਸੱਚੇ ਪਾਤਸ਼ਾਹ ਜੀ ਆਪਣੇ ਕਵੀਆਂ ਨੂੰ ਨਾ ਸਮਿਆਂ 'ਚ 60-60 ਹਜ਼ਾਰ ਰੁਪਈਆ 60,000 ਰੁਪਈਆ ਅੱਜ ਵੀ ਮਾਇਨੇ ਰੱਖਦਾ ਹੈ। ਉਹਨਾਂ ਸਮਿਆਂ 'ਚ ਕਵੀ ਟਹਿਕਣ ਨੂੰ, ਕਵੀ ਕੰਕਣ ਨੂੰ 60,000 ਰੁਪਈਆ ਦੇ ਕੇ ਮਹਾਂਭਾਰਤ ਦੇ ਕਰਨ ਪਰਬ ਦਾ ਅਨੁਵਾਦ ਕਰਵਾਇਆ। 60,000 ਰੁਪਈਆ। ਜੇ ਮੈਂ ਗੱਲ ਕਰਾਂ ਅੱਜ ਦੇ ਹਿਸਾਬ ਨਾਲ, ਉਸ ਟਾਈਮ ਦੇ ਹਿਸਾਬ ਨਾਲ 60,000 ਨੂੰ ਅੱਜ ਦੇ ਨਾਲ ਕੰਪੈਰੀਜ਼ਨ ਕਰੀਏ ਤੇ ਸ਼ਾਇਦ 60 ਲੱਖ ਰੁਪਈਆ ਵੀ ਥੋੜਾ ਹੋਵੇਗਾ ਅੱਜ ਦਾ, ਉਸ ਟਾਈਮ ਦਾ 60,000। तो बड़े बड़े आलम विद्वान कवि सन सतगुरां दे दरबार च। वो कवि हीर ओहदा नां है, वो बड़े सोहने बचन लिखदा है। वो कहंदा पाग बांध बेको सीखियो कछ पाछै कहूं, पहले ही सीखियो है बांध बे कृपानी को। आखो सतनाम सरी। एक सिंह दे बच्चे दी गल कर रहा कि एक सिंह दे बच्चे नूं वेख के भी उस टाइम एक सिंह दे बच्चे की की निशानी सी। वो कहता भी पग बन्ननी बाद च सिखदा है, पहला गातरे कृपान पाउणी सिखदा भी इदां पाउणी है। पाग बांध बे को सीखियो कछ पाछे कहूं, पहले ही सीखियो है बांध बे कृपानी को। पहला कृपान पाउणी सिखदा ते साडे बच्चिआं नूं कृपान फड़नी नहीं आउंदी। दोह निवारण साहब मैं सवेर दे टाइम एक दिन कथा कर रहा तो एक लाड़ा सेहरा बन के ते हाथ च पा के शेरवानी ते दोह निवार साहब दरबार च मत्था टेकन आया। मैं सामने ताबियां बैठा सवेर दा टाइम कथा कर रहा, कृपान उन्हें पुट्ठी फड़ी हुई, मुठा थल्ले नूं म्यान वाले पासों। वो आया सामने, मैं वेखी जावां, कथा करदिआं मेरा ध्यान उहदे वल चला गया। वेख्या भी जे कृपान निकल गई विचों ते इहनूं लग सकदी है। नाल भी उहदे कई बंदे, उन्होंने भी किसी ने टोकिया भी कृपान पुट्ठी फड़ी आ, वो सीधी फड़ लै। वो जदों मत्था टेकन लगा मैनूं कथा विचे छड्ड के कहना पिया। मैं आख्या लाड़ा साहब कृपान सीधी करके फड़ो, लावां पढ़न की बजाय किते कीर्तन सोहला ना पढ़ना पै जाए, किते कीर्तन सोहला पढ़ाना पै जाए। तां उन्हें कृपान सीधी की। सिंह दे बच्चे नूं शस्त्र भी फड़ना ना आवे, हैरानी है ना। फिर जिहड़ा शस्त्र छड्ड देवे वो कौन है? विपर, विपरन की रीत। आ हजूर साहब दास जांदा रहिंदा दर्शन करन, उत्थे कोई निका जिहा बच्चा भी 14-15 साल का आउंदा ना, तख्त साहब भावें उन्हें पैंट कमीज पाई होवे, हत्थ 'च 3 फुट्टी कृपान हुंदी है उहदे। कल्ले कल्ले सिंह नूं कृपान चलाउणी आउंदी है। तो सानू भी इहो जिहे कुछ उपराले करने चाहिए ने। ये विपरन की रीत ही है ना। जदों शस्त्र छड्ड दिते, हथियार छड्ड दिते, ये विपरन की रीत है। जदों दस्तार बन्ननी छड्ड देवे, कई सिंह केसाधारी हुंदे ने पर दस्तार बन के राजी नहीं, निक्कियां जिहियां पटकियां जिहियां सिर ते बन लैणगे। ते कई सिखां दे बच्चे मैं सिरां ते टोपियां पा के फिरदे भी वेखे ने, भी विपरन दी रीत ही है ना। सिख दा बच्चा होवे ते सिर ते टोपी पा के फिरदा होवे, गुलामी दी निशानी है टोपी पाउणी। ये टोपी उस वेले पवाई जांदी सी जदों साडे देश विच लोकां नूं गुलाम करके रखिया जांदा सी और उन्हां नूं सिर ते दस्तार बन्नण दा हक नहीं सी।
ਸਿਰ ਤੇ ਦਸਤਾਰ ਬੰਨਣ ਦਾ ਹੱਕ ਨਹੀਂ ਸੀ ਕਿ ਟੋਪੀ ਪਾ ਕੇ ਰੱਖੋ, ਗੁਲਾਮੀ ਦੀ ਨਿਸ਼ਾਨੀ ਸੀ। ਦਸਤਾਰ ਕੋਈ ਸਰਦਾਰ ਬੰਨ ਸਕਦਾ, ਕੋਈ ਚੌਧਰੀ ਬੰਨ ਸਕਦਾ ਹੈ, ਪਰ ਕੋਈ ਸਧਾਰਨ ਬੰਦਾ ਦਸਤਾਰ ਨਹੀਂ ਸੀ ਬੰਨ ਸਕਦਾ। ਉਸ ਸਮੇਂ ਔਰੰਗਜ਼ੇਬ ਦੀ ਛਾਤੀ ਦੇ ਵਿੱਚ ਸੱਲ ਬਣ ਕੇ ਚੁਭਣ ਵਾਸਤੇ ਗੁਰਦੇਵ ਨੇ ਖਾਲਸਾ ਪੈਦਾ ਕੀਤਾ ਤੇ ਵੱਡੇ ਵੱਡੇ ਦੁਮਾਲੇ ਸਿੰਘਾਂ ਨੇ ਸਜਾਣੇ ਸ਼ੁਰੂ ਕੀਤੇ। ਅੱਜ ਕੱਲ੍ਹ ਨਿਹੰਗਾਂ ਸਿੰਘਾਂ ਨੇ ਵੱਡੇ ਵੱਡੇ ਦੁਮਾਲੇ ਬੰਨੇ ਹੁੰਦੇ ਨੇ ਨਾ ਸਿਰਾਂ ਤੇ ਸਾਡੇ ਵਰਗੇ ਕਈਆਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਆਪਾਂ ਵੇਖ ਕੇ ਕਹਿੰਦੇ ਇਹਨਾਂ ਨੂੰ ਕਿਹੜੀ ਸਜ਼ਾ ਮਿਲੀ, ਐਡੀ ਪੱਗ ਬੰਨੀ ਫਿਰਦਾ ਸਿਰ ਤੇ। ਉਹ ਦਰਅਸਲ ਕਲਗੀਧਰ ਦੇ ਸਮੇਂ ਔਰੰਗਜ਼ੇਬ ਦੀ ਅੜੀ ਤੋੜਨ ਵਾਸਤੇ ਵੀ ਤੂੰ ਕਹਿਣਾ ਵੀ ਪੱਗ ਨਹੀਂ ਬੰਨਣੀ, ਅਸੀਂ ਵੱਡੇ ਵੱਡੇ ਦੁਮਾਲੇ ਬੰਨਾਂਗੇ, ਰੋਕ ਜੇ ਰੋਕ ਸਕਦਾ, ਰੋਕ ਲੈ ਜੇ ਰੋਕ ਸਕਦਾ। ਤੂੰ ਕਹਿਣਾ ਵੀ ਇੱਕ ਕਿਰਪਾਨ ਪਾਉਣੀ ਨਹੀਂ, ਮੈਂ ਰੋਕਾਂਗਾ। ਸਿੰਘਾਂ ਨੇ ਦੋ ਦੋ ਕਿਰਪਾਨਾਂ, 40-40 ਕਿਲੋ, ਸਵਾ ਮਣ ਲੋਹਾ ਆਪਣੇ ਸਰੀਰ ਤੇ ਚੁੱਕਾ ਹੋਣਾ। ਇੱਕ ਪਾਸੇ ਬਰਛਾ, ਇੱਕ ਪਾਸੇ ਢਾਲ, ਇੱਕ ਪਾਸੇ ਨੇਜਾ, ਇੱਕ ਪਾਸੇ ਕਟਾਰ, ਇੱਕ ਪਾਸੇ ਪੇਸ਼ ਕਬਜ, ਸਵਾ ਮਣ ਲੋਹਾ ਚੁੱਕੀ ਫਿਰਦੇ ਸੀ ਸਿੰਘ ਸਰੀਰ ਤੇ। ਹੁਣ ਸਾਡੇ ਕੋਲੋਂ 9 ਇੰਚ ਦੀ ਕਿਰਪਾਨ ਨਹੀਂ ਸਾਂਭੀ ਜਾਂਦੀ। ਕਿਰਪਾਨ ਸਾਡੀ ਛੋਟੀ ਹੁੰਦੀ ਆ 3 ਇੰਚ ਦੀ ਰਹਿ ਗਈ ਹੈ। ਉਹ 3 ਇੰਚ ਦੀ ਵੀ ਗਾਤਰੇ ਨਹੀਂ ਰਹੀ। ਕਈਆਂ ਨੇ ਬਿਲਕੁਲ 1 ਇੰਚ ਦੀ ਬਣਾ ਕੇ ਗਲ 'ਚ ਹੀ ਪਾ ਲਈ, ਖੰਡਾ ਕਿਰਪਾਨ ਬਣਾ ਕੇ। ਖਾਲਸਾ ਜੀ, ਕੇਵਲ ਚਿੰਨ੍ਹ ਮਾਤਰ ਹੀ ਰਹਿ ਗਈ ਕਿਰਪਾਨ। 3.5 ਫੁੱਟ ਤੋਂ 9 ਇੰਚ ਤੱਕ ਆਏ, 9 ਇੰਚ ਤੋਂ ਘਟਦੀ 6 ਇੰਚ, 6 ਇੰਚ ਤੋਂ 3 ਇੰਚ, 3 ਇੰਚ ਤੋਂ 1 ਇੰਚ ਤੱਕ ਆ ਗਈ ਹੈ। ਔਰ ਕਈਆਂ ਨੇ ਤਾਂ ਕੰਘੇ ਦੇ ਵਿੱਚ ਹੀ ਫਿੱਟ ਕੀਤਾ ਹੁੰਦਾ ਕਿਰਪਾਨ, ਕੰਘੇ ਦੇ ਵਿੱਚ ਹੀ ਖੰਡਾ ਜਾਂ ਕਹਿੰਦੇ ਕੰਘੇ ਦੇ ਵਿੱਚ ਹੀ ਹੈ ਜੀ, ਨਾਲ ਹੀ। ਸੋ ਕਹਿਣ ਤੋਂ ਭਾਵ ਕਿ ਸਾਡਾ ਇਹ ਵਿਪਰਨ ਦੀ ਰੀਤ ਹੀ ਹੈ ਨਾ। ਫਿਰ ਮੈਂ ਇਹੀ ਕਹਾਂਗੇ ਨਾ, ਇਹ ਵਿਪਰਨ ਕੀ ਰੀਤ ਹੈ। ਸਤਿਗੁਰੂ ਕਹਿੰਦੇ ਜਦੋਂ ਇਹ ਵਿਪਰਨ ਦੀ ਰੀਤ ਕਰੇਗਾ, ਗ੍ਰਹਿਣ ਕਰੇਗਾ, ਫਿਰ ਮੈਨੂੰ ਇਹਨਾਂ ਦੀ ਕੋਈ ਪ੍ਰਤੀਤ ਨਹੀਂ। ਹੁਣ ਵਿਪਰਨ ਦੀ ਰੀਤ ਦੀ ਗੱਲ ਕਰੀਏ, ਹੋਵੇ ਗੁਰੂ ਕਾ ਸਿੱਖ ਤੇ ਸ਼ਰਾਬ ਦੀ ਬੋਤਲ ਫੜ ਕੇ ਮੰਗਲਵਾਰ ਵਾਲੇ ਦਿਨ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਲਾਈਨ 'ਚ ਖਲੋਤਾ ਹੋਵੇ, ਵਿਪਰਨ ਦੀ ਰੀਤ ਨਹੀਂ ਤੇ ਫਿਰ ਹੋਰ ਕੀ ਹੈ। ਕਾਲੀ ਮਾਤਾ ਦੇ ਮੰਦਿਰ 'ਚ ਲਾਈਨ 'ਚ ਖਲੋਤਾ ਹੋਵੇ ਸਿੱਖ, ਸਿਰ ਤੇ ਦਸਤਾਰ। ਕਈ ਤਾਂ ਇੱਥੋਂ ਤੱਕ ਵੀ ਵੇਖੀ ਦੇ ਨੇ ਵੀ ਗਾਤਰੇ ਕਿਰਪਾਨ ਵੀ ਉੱਤੋਂ ਦੀ ਪਾਈ ਹੁੰਦੀ ਆ ਉਹਨਾਂ ਨੇ। ਇਹ ਵਿਪਰਨ ਦੀ ਰੀਤ ਹੈ ਨਾ। ਹੋਵੇ ਗੁਰੂ ਕਾ ਸਿੱਖ ਤੇ ਕਿਸੇ ਪੀਰ ਦੀ ਮਜ਼ਾਰ ਤੇ ਖਲੋਤਾ, ਕਬਰ ਤੇ ਖਲੋਤਾ, ਚਾਦਰ ਚੜਾਉਂਦਾ ਹੋਵੇ, ਪਤਾਸੇ ਚੜਾਉਂਦਾ ਹੋਵੇ ਵੀਰਵਾਰ ਵਾਲੇ ਦਿਨ, ਫਿਰ ਇਹ ਵਿਪਰਨ ਦੀ ਰੀਤ ਨਹੀਂ ਤਾਂ ਹੋਰ ਕੀ ਆ ਭਾਈ। ਖਾਲਸੇ ਨੂੰ ਗੁਰਦੇਵ ਨੇ ਨਿਆਰਾ ਬਣਾਇਆ, ਨਿਆਰਾ ਵੱਖਰਾ। ਇਹ ਕੇਵਲ ਇੱਕ ਅਕਾਲ ਤੋਂ ਬਿਨਾਂ ਕਿਸੇ ਦੂਸਰੇ ਦੀ ਪੂਜਾ ਨਹੀਂ ਕਰਦਾ। 3 ਚੀਜ਼ਾਂ ਨੇ, ਪੂਜਾ ਅਕਾਲ ਕੀ, ਦੀਦਾਰ ਖਾਲਸੇ ਕਾ, ਪਰਚਾ ਸ਼ਬਦ ਕਾ। ਪਰਚਾ ਕਿਸ ਨੂੰ ਕਹਿੰਦੇ ਨੇ? ਪਰਚਾਵਾ। ਜਿਵੇਂ ਕਹਿੰਦੇ ਨੇ ਨਾ ਵੀ ਇਹ ਬੰਦਾ ਇੱਧਰ ਪਰਚਿਆ ਹੋਇਆ, ਇਹ ਬੱਚਾ ਇੱਧਰ ਪਰਚਿਆ ਹੋਇਆ, ਲੱਗਾ ਹੋਇਆ। ਗੁਰਸਿੱਖ ਖਾਲਸਾ ਕਿੱਥੇ ਲੱਗਾ ਹੋਇਆ? ਖਾਲਸਾ ਸ਼ਬਦ ਵਿੱਚ ਲੱਗਾ ਹੋਇਆ, ਸ਼ਬਦ ਵਿੱਚ ਪਰਚਿਆ ਹੋਇਆ। ਖਾਲਸਾ ਉਹ ਹੈ ਜਿਹੜਾ ਹਰ ਵੇਲੇ ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਦਾ, ਸ਼ਬਦ ਦਾ ਅਭਿਆਸ ਕਰਦਾ, ਸ਼ਬਦ ਨੂੰ ਬਾਰ-ਬਾਰ ਆਰਾਧਦਾ ਹੈ ਔਰ ਸ਼ਬਦ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਦਾ ਹੈ। ਉਹ ਖਾਲਸਾ ਹੈ। ਖਾਲਸਾ ਸ਼ਬਦ ਵਿੱਚ 3 ਅੱਖਰ ਨੇ, ਖਾ, ਲਾ ਤੇ ਸਾ। 3 ਅੱਖਰ ਨੇ, ਖੱਖਾ, ਲੱਲਾ ਤੇ ਸੱਸਾ। ਤਿੰਨਾਂ ਨੂੰ ਜੋੜ ਕੇ ਬਣਦਾ ਖਾਲਸਾ। ਖੱਖੇ ਦਾ ਕੀ ਮਤਲਬ ਹੈ? ਖ ਦਾ ਮਤਲਬ ਹੁੰਦਾ ਆਕਾਸ਼। ਖੰਗ ਨਾਮ ਆਕਾਸ਼ ਕੋ ਬਖਾਨੀਐ। ਸੋ ਸਾਖੀ ਇੱਕ ਕਿਤਾਬ ਹੈ, ਉਹਦੇ ਸ਼ੁਰੂਆਤ ਵਿੱਚ
ਇਹ ਬਚਨ ਲਿਖੇ ਹੋਏ ਨੇ ਸੋ ਸਾਖੀ ਦੇ ਵਿੱਚ। ਖੰਗ ਕਹਿੰਦੇ ਨੇ ਆਕਾਸ਼ ਨੂੰ। ਖਾਲਸਾ ਆਕਾਸ਼ ਵਾਂਗੂ ਨਿਰਲੇਪ ਹੈ। ਜਿਵੇਂ ਆਕਾਸ਼ ਨਿਰਲੇਪ ਹੈ ਨਾ, ਇਹ ਮੈਲਾ ਨਹੀਂ ਹੁੰਦਾ। ਇਹਨੂੰ ਤੁਸੀਂ ਕਿਸੇ ਰੰਗ ਨਾਲ ਮੈਲਾ ਨਹੀਂ ਕਰ ਸਕਦੇ, ਕਿਸੇ ਮੈਲ ਦੇ ਨਾਲ ਮੈਲਾ ਨਹੀਂ ਕਰ ਸਕਦੇ। ਇਹ ਖਾਲੀਪੁਣਾ ਨਾ, ਆ ਜਿਹੜਾ ਦਰਬਾਰ ਦੇ ਵਿੱਚ ਆ ਮੇਰੇ ਹੱਥ ਦੇ ਆਲੇ ਦੁਆਲੇ ਜੋ ਕੁਝ ਵੀ ਇਹ ਖਾਲੀ ਜਗ੍ਹਾ, ਇਹਨੂੰ ਆਕਾਸ਼ ਕਹਿੰਦੇ ਨੇ। ਇਹਨੂੰ ਮੈਲਾ ਤਾਂ ਨਹੀਂ ਕਰ ਸਕਦੇ ਆਪਾਂ, ਇਹਨੂੰ ਗਿੱਲਾ ਨਹੀਂ ਕਰ ਸਕਦੇ ਆਪਾਂ, ਇਹਨੂੰ ਸੁਕਾ ਨਹੀਂ ਸਕਦੇ, ਇਹਨੇ ਇਦਾਂ ਹੀ ਰਹਿਣਾ। ਇਹ ਨਿਰਲੇਪ ਹੈ। ਇਦਾਂ ਜਿਹੜਾ ਖਾਲਸਾ ਹੈ, ਖਾਲਸਾ ਵੀ ਨਿਰਲੇਪ ਹੈ। ਇਹ ਸੰਸਾਰ 'ਚ ਰਹਿੰਦਾ ਹੈ ਪਰ ਨਿਰਲੇਪ ਹੋ ਕੇ ਰਹਿੰਦਾ ਹੈ। ਕਿਵੇਂ ਰਹਿੰਦਾ? ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ। ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਵੱਖਰਾ ਹੋ ਕੇ ਰਹਿੰਦਾ ਹੈ, ਮੁਰਗਾਬੀ ਪਾਣੀ ਵਿੱਚ ਰਹਿੰਦੀ ਹੋਈ ਵੀ ਆਪਣੇ ਖੰਭਾਂ ਨੂੰ ਗਿੱਲਾ ਨਹੀਂ ਹੋਣ ਦਿੰਦੀ, ਸੁੱਕਿਆਂ ਰੱਖਦੀ, ਨਿਰਲੇਪ ਰੱਖਦੀ ਹੈ। ਇਸੇ ਤਰ੍ਹਾਂ ਖਾਲਸਾ ਇਹ ਸੰਸਾਰ ਵਿੱਚ ਵਿਚਰਦਾ ਹੋਇਆ ਵੀ ਸੰਸਾਰ ਵਰਗਾ ਨਹੀਂ ਹੋ ਜਾਂਦਾ, ਸੰਸਾਰ ਤੋਂ ਨਿਰਾਲਾ ਹੋ ਕੇ ਰਹਿੰਦਾ, ਵੱਖਰਾ ਹੋ ਕੇ ਰਹਿੰਦਾ ਹੈ। ਸੰਸਾਰ ਤੋਂ ਨਿਰਾਲਾ, ਸੰਸਾਰ ਤੋਂ ਵੱਖਰਾ। ਸੰਸਾਰੀ ਲੋਕ ਸਵੇਰੇ 9 ਵਜੇ ਤੱਕ 8 ਵਜੇ ਤੱਕ ਸੁੱਤੇ ਰਹਿੰਦੇ ਨੇ, ਪਰ ਜਿਹੜਾ ਖਾਲਸਾ ਉਹ ਸਵੇਰੇ ਸਵੇਰੇ 2 ਵਜੇ 2:30 ਵਜੇ 3 ਵਜੇ ਉੱਠ ਕੇ ਇਸ਼ਨਾਨ ਪਾਨ ਕਰਕੇ ਬਾਣੀ ਪੜ੍ਹਨ ਵਿੱਚ ਜੁੜ ਕੇ ਬੈਠ ਜਾਂਦਾ ਹੈ। ਸੰਸਾਰੀ 9 ਵਜੇ ਉੱਠਦੇ ਨੇ, ਖਾਲਸਾ ਸਵੇਰੇ 3 ਵਜੇ 4 ਵਜੇ ਉੱਠ ਖਲੋਂਦਾ। ਖਾਲਸਾ ਨਿਰਾਲਮ ਹੈ ਨਾ, ਨਿਰਲੇਪ ਹੈ। ਸੰਸਾਰੀ ਲੋਕ ਜੋ ਕੰਮ ਕਰਦੇ ਨੇ, ਖਾਲਸਾ ਉਹ ਨਹੀਂ ਕਰਦਾ। ਖਾਲਸਾ ਉਹਦੇ ਤੋਂ ਵੱਖਰਾ ਕੰਮ ਕਰਦਾ, ਨਿਰਾਲਾ ਕੰਮ ਕਰਦਾ। ਕਿਉਂਕਿ ਖਾਲਸਾ ਹੈ ਹੀ ਨਿਰਾਲਾ, ਖਾਲਸਾ ਹੈ ਹੀ ਨਿਰਲੇਪ। ਖਾਲਸੇ ਦਾ ਜਿਹੜਾ ਖੱਖਾ ਅੱਖਰ ਹੈ ਉਹ ਨਿਰਲੇਪਤਾ ਦਾ ਵਾਚਕ ਹੈ। ਖਾਲਸਾ ਨਾ ਕਾਮ ਵਿੱਚ ਵਿਆਪੀ ਹੁੰਦਾ, ਨਾ ਕ੍ਰੋਧ ਵਿੱਚ, ਨਾ ਲੋਭ ਵਿੱਚ, ਨਾ ਮੋਹ ਵਿੱਚ, ਨਾ ਹੰਕਾਰ ਵਿੱਚ। ਉਹ ਸਾਰੇ ਵਿਕਾਰਾਂ ਵਿੱਚੋਂ ਨਿਰਲੇਪ ਹੋ ਕੇ ਰਹਿੰਦਾ ਹੈ, ਨਿਰਾਲਮ ਹੋ ਕੇ ਰਹਿੰਦਾ ਹੈ। ਜਿਵੇਂ ਇੱਕ ਬ੍ਰਹਮ ਗਿਆਨੀ ਨਿਰਾਲਮ ਹੋ ਕੇ ਵਿਚਰਦਾ ਹੈ, ਇਦਾਂ ਖਾਲਸਾ ਵੀ ਨਿਰਾਲਮ ਹੋ ਕੇ ਵਿਚਰਦਾ ਹੈ। ਕਿਸੇ ਚੀਜ਼ ਨਾਲ ਪਕੜ ਨਹੀਂ ਰੱਖਦਾ, ਕਿਸੇ ਚੀਜ਼ ਨਾਲ ਪਕੜ ਨਹੀਂ ਰੱਖਦਾ। ਹੁਣ ਕੁਝ ਦਿਨ ਪਹਿਲਾਂ ਖਾਲਸੇ ਨੇ ਦਿੱਲੀ ਫਤਿਹ ਦਿਵਸ ਮਨਾਇਆ। 26 ਤਰੀਕ ਨੂੰ ਜੋੜ ਮੇਲਾ ਸੀ ਦਿੱਲੀ 'ਚ, ਲਾਲ ਕਿਲੇ 'ਚ। ਜਥੇਦਾਰ ਬਘੇਲ ਸਿੰਘ ਜੀ, ਸੁਲਤਾਨੇ ਉਲ ਕੌਮ ਸਰਦਾਰ ਜਥੇਦਾਰ ਜੱਸਾ ਸਿੰਘ ਜੀ ਆਹਲੂਵਾਲੀਏ ਦੀ ਅਗਵਾਈ ਵਿੱਚ ਦਿੱਲੀ ਫਤਿਹ ਕਰ ਲਈ। ਔਰ ਹੈਰਾਨੀ ਵਾਲੀ ਗੱਲ ਮੈਂ ਤੁਹਾਨੂੰ ਦੱਸਾਂ ਦਿੱਲੀ ਫਤਿਹ ਦੀ, ਖਾਲਸੇ ਨੇ 14 ਵਾਰ ਤੋਂ ਵੀ ਵੱਧ ਦਿੱਲੀ ਫਤਿਹ ਕੀਤੀ ਹੈ। ਔਰ ਜਦੋਂ ਵੀ ਦਿੱਲੀ ਫਤਿਹ ਕਰਨ ਗਏ ਨੇ, ਕੋਈ ਕਤਲ ਨਹੀਂ ਕੀਤਾ ਕਿਸੇ ਦਾ, ਕਿਸੇ ਦੀ ਕਤਲੋ ਗਾਰਤ ਨਹੀਂ ਕੀਤੀ, ਬਿਨਾਂ ਲੜਾਈ ਤੋਂ ਫਤਿਹ ਕੀਤੀ। ਆਖੋ ਸਤਿਨਾਮ ਸ੍ਰੀ। ਨਾਦਰ ਨੇ ਦਿੱਲੀ ਫਤਿਹ ਕੀਤੀ, 2.5 ਲੱਖ ਬੰਦਾ ਦਿੱਲੀ ਵਿੱਚ ਮਾਰਿਆ। ਜਦੋਂ ਦਿੱਲੀ ਨਾਦਰ ਨੇ ਫਤਿਹ ਕੀਤੀ, 2.5 ਲੱਖ ਬੰਦਾ ਦਿੱਲੀ ਵਿੱਚ ਨਾਦਰ ਨੇ ਮਾਰ ਦਿੱਤਾ ਸੀ ਇੱਕੋ ਦਿਨ 'ਚ। ਅਬਦਾਲੀ ਨੇ ਦਿੱਲੀ ਫਤਿਹ ਕੀਤੀ ਤੇ ਹਜ਼ਾਰਾਂ ਬੰਦੇ ਉਹਨੇ ਮਾਰੇ। ਜਿਹਨੇ ਵੀ ਦਿੱਲੀ ਫਤਿਹ ਕੀਤੀ ਸੈਂਕੜੇ ਬੰਦੇ ਮਾਰੇ, ਪਰ ਖਾਲਸੇ ਨੇ ਦਿੱਲੀ ਫਤਿਹ ਕੀਤੀ ਤੇ ਕਿਸੇ ਦਾ ਵਾਲ ਵੀ ਵਿੰਗਾ ਨਹੀਂ ਕੀਤਾ। ਇਹ ਖਾਲਸੇ ਦਾ ਕਰੈਕਟਰ ਵੇਖੋ। ਜਦੋਂ ਖਾਲਸਾ ਜਾਂਦਾ ਸੀ ਉਹ ਆਪੇ ਹੀ ਪਿੱਛੇ ਹਟ ਜਾਂਦੇ ਸੀ, ਲਓ ਮਹਾਰਾਜ ਦਿੱਲੀ ਤੁਹਾਡੀ ਹੈ, ਸਾਂਭੋ। ਕੋਈ ਲੜਨ ਆਉਂਦਾ ਹੀ ਨਹੀਂ ਸੀ ਖਾਲਸੇ ਦੇ ਅੱਗੇ। ਇੰਨਾ ਖਾਲਸੇ ਦਾ ਪ੍ਰਤਾਪ, ਇੰਨਾ ਜਲਾਲ। ਤੇ ਦਿੱਲੀ ਦੇ 7 ਬੂੰਗੇ ਜਥੇਦਾਰ ਬਘੇਲ ਸਿੰਘ ਨੇ ਤਿਆਰ ਕਰਾਏ। 7 ਝੰਡਿਆਂ, ਜਦੋਂ ਹਜੂਰ ਸਾਹਿਬ ਅਰਦਾਸ ਹੁੰਦੀ ਹੈ ਨਾ, ਤੇ ਅਰਦਾਸ ਵਿੱਚ ਅਰਦਾਸੀਆ ਇਹ ਕਹਿੰਦਾ, 7 ਝੰਡਿਆਂ, 7 ਝੰਡੇ ਦਿੱਲੀ ਦੇ ਵਿੱਚ ਸਰਦਾਰ ਬਘੇਲ ਸਿੰਘ ਨੇ ਕਾਇਮ ਕੀਤੇ। ਬੰਗਲਾ ਸਾਹਿਬ, ਰਕਾਬਗੰਜ ਸਾਹਿਬ, ਸੀਸਗੰਜ ਸਾਹਿਬ, ਬਾਲਾ ਸਾਹਿਬ, ਮਜਨੂ ਦਾ ਟਿੱਲਾ, ਇਹ ਸਾਰੇ ਸਥਾਨਾਂ ਦੀ ਸੇਵਾ ਕਰਵਾਈ। ਸੀਸਗੰਜ ਸਾਹਿਬ ਵਾਲੀ ਜਗ੍ਹਾ ਤੇ ਮਸੀਤ ਬਣ ਗਈ ਸੀ।
ਰਕਾਬਗੰਜ ਸਾਹਿਬ ਵਾਲੀ ਜਗ੍ਹਾ ਤੇ ਮਸੀਤ ਬਣ ਗਈ ਸੀ। ਉਹ ਜਗ੍ਹਾਵਾਂ ਮੁਸਲਮਾਨਾਂ ਕੋਲੋਂ ਛਡਾ ਕੇ ਉਹਨਾਂ ਥਾਵਾਂ ਤੇ ਗੁਰੂ ਘਰ ਕਾਇਮ ਕੀਤੇ। ਤੇ ਦਿੱਲੀ ਦੇ ਵਿੱਚ ਬੈਠੇ ਨੇ, ਵੇਖੋ ਮੈਂ ਗੱਲ ਇਹ ਤਾਂ ਸੁਣਾ ਰਿਹਾ ਵੀ ਖਾਲਸਾ ਨਿਰਲੇਪ ਕਿਵੇਂ ਹੈ, ਕਿਸੇ ਚੀਜ਼ ਨੂੰ ਫੜ ਕੇ ਨਹੀਂ ਰੱਖਦਾ, ਪਕੜ ਨਹੀਂ ਰੱਖਦਾ ਕਿਸੇ ਚੀਜ਼ ਦੀ। ਇੱਧਰ ਆਨੰਦਪੁਰ ਸਾਹਿਬ ਹੋਲੇ ਮਹੱਲੇ ਦਾ ਸਮਾਗਮ ਆ ਗਿਆ, ਉਧਰ ਦੀਵਾਲੀ ਦਾ ਜੋੜ ਮੇਲਾ ਆ ਗਿਆ, ਵਿਸਾਖੀ ਦਾ ਮੇਲਾ ਆ ਗਿਆ, ਉਧਰ ਦੀਵਾਲੀ ਦਾ ਜੋੜ ਮੇਲਾ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਜੋੜ ਮੇਲਾ ਮਨਾਉਣਾ। ਤੇ ਜਿੰਨਾ ਖਾਲਸਾ ਸੀ ਕਹਿੰਦੇ ਚਲੋ ਖਾਲਸਾ ਜੀ ਆਨੰਦਪੁਰ ਸਾਹਿਬ ਚੱਲੀਏ, ਹੋਲਾ ਮਹੱਲਾ ਮਨਾ ਲਈਏ, ਦਿੱਲੀ ਤਾਂ ਆ ਕੇ ਫਿਰ ਲੈ ਲਵਾਂਗੇ, ਦਿੱਲੀ ਲੈਣੀ ਕਿਹੜਾ ਔਖੀ ਹੈ। ਦਿੱਲੀ ਦਾ ਰਾਜ ਛੱਡ ਕੇ ਆ ਜਾਂਦੇ ਰਹੇ, ਦਿੱਲੀ ਦਾ ਰਾਜ ਛੱਡ ਕੇ ਆਉਂਦੇ ਰਹੇ ਕਿ ਹੋਲੇ ਮਹੱਲੇ ਦਾ ਸਮਾਗਮ ਆਨੰਦਪੁਰ ਸਾਹਿਬ ਮਨਾਉਣਾ, ਦੀਵਾਲੀ ਦਾ ਜੋੜ ਮੇਲਾ ਸ੍ਰੀ ਅੰਮ੍ਰਿਤਸਰ ਸਾਹਿਬ ਮਨਾਉਣਾ। ਅੱਜ ਕੱਲ੍ਹ ਤਾਂ ਖਾਲਸਾ ਜੀ ਸਾਡੇ ਪ੍ਰਚਾਰਕ ਇਹ ਪ੍ਰਚਾਰ ਕਰਦੇ ਨੇ, ਕਹਿੰਦੇ ਜੀ ਤੁਸੀਂ ਉੱਥੇ ਜਾ ਕੇ ਹੋਲੇ ਮਹੱਲੇ ਤੇ ਕੀ ਕਰਦੇ ਹੋ, ਮੇਲਿਆਂ ਤੇ ਜਾ ਕੇ ਕੀ ਵੇਖਦੇ ਜੇ, ਤੁਸੀਂ ਆਪਣੇ ਘਰ 'ਚ ਬਹਿ ਕੇ ਗੁਰਮਤਿ ਸਮਾਗਮ ਕਰ ਲਿਆ ਕਰੋ। ਸਾਨੂੰ ਆਨੰਦਪੁਰ ਸਾਹਿਬ ਤੋਂ ਤੋੜਦੇ ਨੇ ਲੋਕ ਇੱਦਾਂ ਦਾ ਪ੍ਰਚਾਰ ਕਰਕੇ। ਉਹ ਤਾਂ ਦਿੱਲੀ ਦੇ ਤਖਤ ਤੱਕ ਛੱਡ ਕੇ ਆ ਜਾਂਦੇ ਰਹੇ। ਸੋ ਕਹਿਣ ਤੋਂ ਭਾਵ ਕਿ ਖਾਲਸਾ ਨਿਰਲੇਪ ਹੈ, ਪਕੜ ਨਹੀਂ ਰੱਖੀ ਕਿਸੇ ਚੀਜ਼ ਦੀ। ਜੇ ਕਿਸੇ ਚੀਜ਼ ਨੂੰ ਛੱਡਣ ਨੂੰ ਕਿਹਾ ਤੇ ਉਸੇ ਵੇਲੇ ਛੱਡ ਦਿੱਤਾ, ਤਿਆਗ ਦਿੱਤਾ, ਇਹੋ ਜਿਹਾ ਖਾਲਸਾ। ਕਿਉਂਕਿ ਖਾਲਸੇ 'ਚ ਜਿਹੜਾ ਪਹਿਲਾ ਗੁਣ ਹੈ ਉਹ ਨਿਰਲੇਪਤਾ ਦਾ ਹੈ, ਅਸੰਗ ਹੋਣ ਦਾ। ਜਿਹੜਾ ਅਸੰਗ ਹੈ, ਕਿਸੇ ਚੀਜ਼ ਦੀ ਪਕੜ ਨਾ ਰੱਖੇ। ਤੇ ਦੂਸਰਾ ਹੈ ਲਾ ਸ਼ਬਦ। ਲਾ ਦਾ ਮਤਲਬ ਹੈ ਲੰਘ। ਲੰਘ ਨਾਮ ਭੋਗ ਕੋ ਬਖਾਨੀਐ। ਕੋਈ ਆਖੇ ਜੇ ਖਾਲਸਾ ਨਿਰਾਲਮ ਹੈ, ਖਾਲਸਾ ਨਿਰਲੇਪ ਹੈ, ਤੇ ਫਿਰ ਇਹ ਰਾਜ ਕਰਨ ਦੀ ਇੱਛਾ ਕਿਉਂ ਰੱਖਦਾ ਬਈ? ਨਾਲੇ ਰੋਜ਼ ਪੜ੍ਹਦੇ ਨੇ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਈ। ਜਿਹੜਾ ਹੈ ਹੀ ਨਿਰਲੇਪ, ਉਹਨੂੰ ਰਾਜ ਕਰਨ ਦੀ ਇੱਛਾ ਨਹੀਂ ਹੋਣੀ ਚਾਹੀਦੀ। ਜੇ ਕੋਈ ਇਹ ਕਵੇ ਤੇ ਮਹਾਰਾਜ ਜੀ ਨੇ ਦੂਸਰਾ ਸ਼ਬਦ ਲਾ ਜੋੜਿਆ ਖਾਲਸੇ ਵਿੱਚ। ਇਹਦਾ ਮਤਲਬ ਹੈ ਕਿ ਜਿੱਥੇ ਖਾਲਸਾ ਨਿਰਲੇਪ ਹੈ ਉੱਥੇ ਰਾਜ ਕਰਨ ਦੀ ਇੱਛਾ ਵੀ ਰੱਖਦਾ ਹੈ, ਉੱਥੇ ਖਾਲਸਾ ਰਾਜ ਕਰਨ ਦੀ ਇੱਛਾ ਵੀ ਰੱਖਦਾ ਹੈ। ਕੱਲਾ ਨਿਰਲੇਪ ਹੀ ਨਹੀਂ, ਕੱਲਾ ਯੋਗੀ ਨਹੀਂ ਹੈ, ਖਾਲਸਾ ਭੋਗੀ ਵੀ ਹੈ। ਖਾਲਸਾ ਜੋਗੀ ਵੀ ਹੈ, ਖਾਲਸਾ ਭੋਗੀ ਵੀ ਹੈ। ਇਹ ਰਾਜ ਕਰਨ ਦੀ ਇੱਛਾ ਵੀ ਰੱਖਦਾ ਹੈ। ਇਸੇ ਕਰਕੇ ਪੜਦਾ ਰਾਜ ਕਰੇਗਾ ਖਾਲਸਾ ਕੀ ਰਹਿ ਨਾ ਕੋਏ। ਦੁਨੀਆ ਵਿੱਚ ਅਗਰ ਕਿਤੇ ਇੱਕ ਵੀ ਸਿੱਖ ਰਹਿ ਜਾਏਗਾ ਤਾਂ ਵੀ ਰਾਜ ਕਰੇਗਾ ਖਾਲਸਾ ਦਾ ਜਿਹੜਾ ਕਨਸੈਪਟ ਹੈ ਉਹ ਇੱਕ ਇੱਕ ਸਿੱਖ ਦੇ ਨਾਲ ਜਿਉਂਦਾ ਰਹੇਗਾ, ਇਹ ਨਹੀਂ ਖਤਮ ਹੋਵੇਗਾ। ਖਾਲਸੇ 'ਚ ਰਾਜ ਕਰਨ ਦੀ ਇੱਛਾ ਵੀ ਹੈ ਤੇ ਰਾਜ ਕੀਤਾ ਵੀ ਹੈ ਖਾਲਸੇ ਨੇ। ਐਸਾ ਨਹੀਂ ਵੀ ਕੀਤਾ ਨਹੀਂ, ਕੀਤਾ ਵੀ ਹੈ। ਦਿੱਲੀ ਦੇ ਤਖਤ ਤੇ ਬਹਿ ਕੇ ਵੀ ਆਏ ਨੇ। ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਸਮੇਂ ਤਕਰੀਬਨ 40 ਤੋਂ 50 ਸਾਲ ਦਾ ਰਾਜ ਸਾਡਾ ਰਿਹਾ। ਤੋ ਖਾਲਸਾ ਰਾਜ ਕਰਨ ਦੀ ਇੱਛਾ ਵੀ ਰੱਖਦਾ ਹੈ। ਇਸ ਕਰਕੇ ਜਿਹੜਾ ਲਾ ਸ਼ਬਦ ਹੈ ਨਾ, ਲਾ, ਇਹਦਾ ਮਤਲਬ ਹੈ ਰਾਜ ਕਰਨ ਦੀ ਇੱਛਾ ਰੱਖਣ ਵਾਲਾ, ਰਾਜ ਦਾ ਸੰਕਲਪ ਰੱਖਣ ਵਾਲਾ। ਜਿਹਦੇ ਅੰਦਰ ਰਾਜ ਕਰਨ ਦਾ ਸੰਕਲਪ ਹੈ ਉਹਨੂੰ ਕਹਿੰਦੇ ਨੇ ਖਾਲਸਾ। ਤੀਸਰਾ ਸ਼ਬਦ ਹੈ ਸਾ। ਸਾ ਦਾ ਮਤਲਬ ਹੈ ਸਾਰ, ਸਾਰ ਸੰਗਰਣੀ ਧਾਰ। ਇਹ ਤਿੰਨ ਅੱਖਰਾਂ ਦੇ ਅਰਥ ਨੇ। ਸਾਰ ਦਾ ਮਤਲਬ ਹੈ ਸਰਬ ਲੋਹ ਨੂੰ ਧਾਰਨ ਕਰਨੇ ਵਾਲਾ। ਇਹ ਸੋ ਸਾਖੀ 'ਚ ਬਚਨ ਆਉਂਦੇ ਨੇ। ਉਰੇ ਸੋ ਸਾਖੀ ਮੰਨੀ ਜਾਂਦੀ ਹੈ ਭਾਈ ਰਾਮ ਕੁਇਰ ਸਾਹਿਬ ਜੀ ਦੀ ਲਿਖੀ ਹੋਈ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਚੋਂ। ਸਾਰ ਦਾ ਮਤਲਬ ਹੈ ਸਰਬ ਲੋਹ ਨਾਲ ਪਿਆਰ ਕਰਨ ਵਾਲਾ, ਸ਼ਸਤਰ ਨਾਲ ਪਿਆਰ ਕਰਨ ਵਾਲਾ। ਇੱਕ ਕਵੀ ਨੇ ਬੜਾ ਸੁੰਦਰ ਲਿਖਿਆ ਹੈ, ਉਹ ਕਹਿੰਦਾ ਸਰਬ ਲੋਹ ਕੇ ਪਿਆਰੇ ਅਰਬ ਖਰਬ ਕੋ ਨਾ ਨੈ ਕਰੀਜੈ। ਇਹ ਸਰਬ ਲੋਹ ਨਾਲ ਪਿਆਰ ਕਰਦੇ ਨੇ, ਅਰਬਾਂ ਖਰਬਾਂ ਰੁਪਿਆਂ ਨਾਲ ਪਿਆਰ ਨਹੀਂ ਕਰਦੇ। ਇਹਨਾਂ ਦਾ ਪਿਆਰ ਸਰਬ ਲੋਹ ਦੇ ਨਾਲ ਹੈ।
ਸਰਬਲੋਹ ਦੇ ਬਾਟਿਆਂ ਨਾਲ, ਸਰਬਲੋਹ ਦੇ ਕੜਿਆਂ ਨਾਲ, ਸਰਬਲੋਹ ਦੀਆਂ ਕਿਰਪਾਨਾਂ ਤੇ ਸ਼ਸਤਰਾਂ ਨਾਲ, ਸਰਬਲੋਹ ਦੀਆਂ ਢਾਲਾਂ ਨਾਲ। ਕਹਿੰਦੇ ਵੀ ਸਾਹਮਣੇ ਇੱਕ ਪਾਸੇ ਰੱਖਿਆ ਹੋਵੇ ਸੋਨਾ, ਨਿਹੰਗ ਸਿੰਘ ਦੇ ਸਾਹਮਣੇ ਨਾ ਇੱਕ ਪਾਸੇ ਰੱਖਿਆ ਹੋਵੇ ਸੋਨਾ ਤੇ ਨਾਲ ਦੂਜੇ ਪਾਸੇ ਰੱਖੀ ਹੋਵੇ ਕਿਰਪਾਨ ਸਰਬਲੋਹ ਦੀ, ਉਹ ਕੀ ਚੁੱਕੇਗਾ? ਜੇ ਸਾਨੂੰ ਕੋਈ ਕਹੇ ਅਸੀਂ ਸੋਨਾ ਚੁੱਕਾਂਗੇ ਵੀ ਆਹ ਕੀਮਤੀ ਹੈ, ਪਰ ਜਿਹੜਾ ਖਾਲਸਾ ਉਹ ਕੀ ਚੁੱਕੇਗਾ? ਉਹ ਕਿਰਪਾਨ ਚੁੱਕੇਗਾ, ਸਰਬਲੋਹ ਦੀ ਕਿਰਪਾਨ ਚੁੱਕੇਗਾ। ਉਹਨੂੰ ਪਤਾ ਹੈ ਵੀ ਜਿਹਨੇ ਕਿਰਪਾਨ ਚੁੱਕ ਲੈਣੀ ਸੋਨਾ ਉਹਦਾ ਆਪਣੇ ਆਪ ਹੀ ਹੋ ਜਾਣਾ, ਫਿਰ ਕੌਣ ਲੈ ਜਾਏਗਾ ਚੁੱਕ ਕੇ ਉੱਥੋਂ? ਹੈ ਕਿਸੇ ਦੀ ਤਾਕਤ ਵੀ ਚੁੱਕ ਕੇ ਲੈ ਜਾਏ ਉੱਥੋਂ? ਕਿਉਂਕਿ ਸ਼ਸਤਰ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗਰਹਿ ਕਾਜ। ਇਹਦੇ ਅਧੀਨ ਹੈ ਸਾਰਾ ਕੁਝ, ਸਰਬਲੋਹ ਦੇ ਅਧੀਨ। ਇੱਕ ਬ੍ਰਾਹਮਣ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਕੁਝ ਇਕੱਠੇ ਹੋ ਕੇ ਆ ਗਏ, ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਆਨੰਦਪੁਰ ਸਾਹਿਬ। ਬ੍ਰਾਹਮਣ ਕਹਿੰਦੇ ਕਿ ਤੁਸੀਂ ਤਾਂ ਸਾਡੀ ਰੋਟੀ ਖੋਹ ਲਈ ਹੈ। ਮਹਾਰਾਜ ਜੀ ਕਹਿੰਦੇ ਵੀ ਅਸੀਂ ਕਿਉਂ ਖੋਹਣੀ ਹੈ ਭਾਈ, ਅਸੀਂ ਤਾਂ ਕਹਿੰਦੇ ਸਾਰਿਆਂ ਦਾ ਢਿੱਡ ਭਰੇ। ਕਹਿੰਦੇ ਜੀ ਆ ਜਿਹੜੇ ਤੁਹਾਡੇ ਸਿੰਘ ਨੇ ਸਾਨੂੰ ਦਾਨ ਹੀ ਨਹੀਂ ਕਰਦੇ, ਤੇ ਤੁਸੀਂ ਵੀ ਨਹੀਂ ਦਾਨ ਕਰਦੇ, ਤੁਸੀਂ ਵੀ ਆਪਣੇ ਖਾਲਸੇ ਨੂੰ ਸਾਰਾ ਕੁਝ ਦੇਈ ਜਾਂਦੇ ਹੋ, ਕਹੀ ਜਾਂਦੇ ਹੋ ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਸਭ ਹੀ ਇਹ ਨਹੀਂ ਕੋ। ਕਹਿੰਦੇ ਮੇਰੇ ਘਰ ਵਿੱਚ ਜੋ ਕੁਝ ਹੈ ਸਾਰਾ ਕੁਝ ਇਸ ਇਹਨਾਂ ਦਾ ਹੀ ਹੈ, ਖਾਲਸੇ ਦਾ ਹੀ ਹੈ। ਤੇ ਮਹਾਰਾਜ ਤੁਸੀਂ ਸਾਨੂੰ ਕੁਝ ਦਿੰਦੇ ਹੀ ਨਹੀਂ। ਮਹਾਰਾਜ ਜੀ ਕਹਿੰਦੇ ਤੁਹਾਨੂੰ ਵੀ ਦੇ ਦਿੰਦੇ ਆ, ਤੁਸੀਂ ਆਏ ਜੇ। ਸਤਿਗੁਰਾਂ ਨੇ ਕੀ ਕੀਤਾ? ਆਖਿਆ ਵੀ ਹੁਕਮ ਕੀਤਾ ਖਜ਼ਾਨਚੀ ਨੂੰ ਵੀ ਖਜ਼ਾਨੇ ਚੋਂ 1.25 ਮਣ ਮਾਵਾਂ ਦੀ ਦਾਲ ਤੇ 1.25 ਮਣ ਲੋਹਾ ਇਹਨਾਂ ਨੂੰ ਦਾਨ ਕਰ ਦਿਓ। ਹੁਣ 1.25 ਮਣ ਮਾਵਾਂ ਦੀ ਦਾਲ ਤੇ 1.25 ਮਣ ਲੋਹਾ ਬ੍ਰਾਹਮਣਾਂ ਨੂੰ ਦੇ ਦਿੱਤਾ। ਲੈ ਕੇ ਟੁਰ ਤਾਂ ਪਏ, ਪਰ ਸੋਚਣ ਵੀ ਆ ਲੋਹਾ ਸਿਰ ਮਾਰਨਾ, ਇਹ ਹੁਣ ਸਾਡੇ ਕਿਹੜੇ ਕੰਮ ਦਾ? ਜੇ ਸੋਨਾ ਚਾਂਦੀ ਦਿੰਦੇ ਤੇ ਕੰਮ ਵੀ ਆਉਂਦਾ, ਲੋਹਾ ਅਸੀਂ ਕੀ ਕਰਨਾ? ਮਾਵਾਂ ਦੀ ਦਾਲ ਦੇ ਦਿੱਤੀ। ਕਈ ਬ੍ਰਾਹਮਣਾਂ ਨੂੰ ਵਿਚਾਰਿਆਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਸੀ, ਜਿਨ੍ਹਾਂ ਨੂੰ ਮਾਂ ਨਹੀਂ ਵਾਦੀ ਹੁੰਦੇ ਨੇ, ਉਹ ਕਹਿੰਦੇ ਮਾਂ ਸਾਡੇ ਕਿਹੜੇ ਕੰਮ ਦੇ? ਉਹ ਸੋਚੀ ਜਾਣ ਵੀ ਆਹ ਕੀ ਦਾਨ ਕੀਤਾ ਗੁਰੂ ਸਾਹਿਬ ਨੇ। ਦਾਨ ਦਿੰਦੇ, ਕੋਈ ਰੁਪਈਏ ਦੇ ਦਿੰਦੇ, ਪੈਸੇ ਦੇ ਦਿੰਦੇ। ਮਾਵਾਂ ਦੀ ਦਾਲ ਦੇ ਦਿੱਤੀ ਹੈ ਤੇ ਉਧਰੋਂ 1.25 ਮਣ ਲੋਹਾ ਵੀ। ਇਹ ਅਸੀਂ ਕੀ ਕਰਨਾ? ਤੁਰੇ ਆਉਣ ਮੂੰਹ ਜਾਂ ਥੱਲੇ ਨੂੰ ਕਰਕੇ, ਤੇ ਬਾਹਰ ਸਿੰਘਾਂ ਨੇ ਵੇਖ ਲਿਆ, ਫੌਜਾਂ ਖੜੀਆਂ ਬਾਹਰ ਬਾਬੇ ਫਤਿਹ ਸਿੰਘ ਦੀਆਂ। ਬਾਬੇ ਫਤਿਹ ਸਿੰਘ ਦੀ ਫੌਜ ਕਿਹੜੀ ਹੈ? ਫਤਿਹ ਸਿੰਘ ਜੀ ਕੇ ਜਥੇ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਫੌਜ ਆ ਨਿਹੰਗ ਸਿੰਘ। ਇਹ ਕਲਗੀਧਰ ਜੀ ਨੇ ਬਚਨ ਕੀਤਾ ਸੀ, ਫਤਿਹ ਸਿੰਘ ਜੀ ਚਲੇਗਾ ਤੋਰ ਜੈਸਾ ਪੰਥ ਨਿਰਾਲਾ। ਐਸਾ ਗੁਰੂ ਜੀ ਨੇ ਆਪਣੇ ਮੁਖੋਂ ਬਚਨ ਕੀਤਾ। ਇਸੇ ਕਰਕੇ ਨਿਹੰਗਾਂ ਸਿੰਘਾਂ ਨੂੰ ਲਾਡਲੀ ਫੌਜ ਕਹਿੰਦੇ ਨੇ, ਲਾਡਲੀਆਂ ਫੌਜਾਂ। ਕਿਉਂਕਿ ਬਾਬਾ ਫਤਿਹ ਸਿੰਘ ਜੀ ਸਭ ਤੋਂ ਛੋਟੇ ਸੀ ਨਾ, ਲਾਡਲੇ ਸੀ, ਤਦੇ ਨਿਹੰਗਾਂ ਸਿੰਘਾਂ ਨੂੰ ਲਾਡਲੀਆਂ ਫੌਜਾਂ ਕਹਿੰਦੇ ਨੇ। ਉਹ ਖੜੇ ਬਾਹਰ ਸਿੰਘ, ਉਹਨਾਂ ਨੇ ਵੇਖ ਲਿਆ ਵੀ ਬਾਹਮਣ ਮਹਾਰਾਜ ਜੀ ਨੇ ਦਾਨ ਇਹਨਾਂ ਨੂੰ ਬਾਹਮਣਾਂ ਨੂੰ ਕੀਤਾ। ਜਾਂਦਿਆਂ ਨੂੰ ਬ੍ਰਾਹਮਣਾਂ ਦੇ ਕੋਲੋਂ ਦਾਲ ਵੀ ਖੋਹ ਲਈ ਤੇ ਜਿਹੜਾ ਲੋਹਾ ਸੀ ਉਹ ਵੀ ਖੋਹ ਲਿਆ। ਕਹਿੰਦੇ ਬਾਹਮਣੋ ਤੁਹਾਨੂੰ ਇਹ ਲੋਹੇ ਦੀ ਕੀ ਕਦਰ? ਤੁਹਾਨੂੰ ਕੀ ਪਤਾ ਇਹ ਲੋਹੇ ਦੀ ਕੀ ਕੀਮਤ ਹੈ? ਇਹ ਤਾਂ ਸਾਨੂੰ ਪਤਾ। ਲੋਹਾ ਵੀ ਖੋਹ ਲਿਆ ਤੇ ਦਾਲ ਵੀ ਖੋਹ ਲਈ। ਦਾਲ ਦੇ ਵੜੇ ਬਣਾਏ, ਦਹੀਂ 'ਚ ਪਾਏ, ਸਿੰਘਾਂ ਨੇ ਚੰਗੀ ਤਰ੍ਹਾਂ ਰੱਜ ਕੇ ਖਾਧੇ। ਜਿਹੜਾ ਉਹ ਲੋਹਾ ਸੀ ਉਹਦੇ ਜਾ ਕੇ ਸ਼ਿਗਲੀਗਰਾਂ ਨੂੰ ਦਿੱਤਾ। ਆਖਿਆ ਵਧੀਆ ਵਧੀਆ ਕਿਰਪਾਨਾਂ ਬਣਾ, ਢਾਲਾਂ ਬਣਾ। ਉਹਦੀਆਂ ਕਿਰਪਾਨਾਂ ਢਾਲਾਂ ਬਣਾ ਕੇ ਸਿੰਘਾਂ ਨੇ ਗਾਤਰੇ ਪਾ ਲਈਆਂ। ਮਹਾਰਾਜ ਜੀ ਬੜਾ ਹੱਸੇ, ਕਹਿੰਦੇ ਅਸੀਂ ਪਰਖ ਹੀ ਕਰਦੇ ਸੀ ਵੀ ਸਾਡੇ ਸਿੰਘ ਕੀ ਕਰਦੇ ਨੇ, ਵੇਖਦੇ ਆ ਵੀ ਇਹਨਾਂ ਬਾਹਮਣਾਂ ਨੂੰ ਲੋਹੇ ਦਾ ਕੀ ਪਤਾ ਸੀ ਵੀ ਇਹ ਲੋਹੇ ਦੀ ਕੀ ਕਦਰ ਹੈ। ਉਹਦਾ ਖਾਲਸੇ ਨੂੰ ਪਤਾ ਸੀ ਵੀ ਇਹ ਲੋਹੇ ਦੀ ਕੀ ਕਦਰ ਹੈ। ਉਹਨਾਂ ਨੇ ਲੋਹੇ ਦੇ ਸ਼ਸਤਰ ਬਣਾਏ, ਗਾਤਰੇ ਪਾ ਲਏ। ਸੋ ਸਾ ਦਾ ਮਤਲਬ ਹੈ ਸ਼ਸਤਰਧਾਰੀ, ਸਰਬਲੋਹ ਨਾਲ ਪਿਆਰ ਕਰਨ ਵਾਲਾ। ਕਲਗੀਧਰ ਜੀ ਨੇ ਅਕਾਲ ਉਸਤਤ ਨਾਮ ਦੀ ਬਾਣੀ ਲਿਖੀ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ।
ਉਹਦੇ ਵਿੱਚ ਮੇਰੇ ਸਾਹਿਬ ਦੇ ਬਚਨ ਨੇ, ਅਕਾਲ ਪੁਰਖ ਕੀ ਰੱਛਾ ਹਮਨੈ, ਸਰਬ ਕਾਲ ਜੀ ਦੀ ਸਦਾ ਰੱਛਿਆ ਹਮਨੈ, ਸਰਬ ਲੋਹ ਜੀ ਕੀ ਸਦਾ ਰੱਛਿਆ ਹਮਨੈ। ਸਰਬ ਲੋਹ ਦੀ ਗੱਲ ਕੀਤੀ ਹੈ ਮਹਾਰਾਜ ਜੀ ਨੇ, ਦਸਵੇਂ ਪਾਤਸ਼ਾਹ ਨੇ। ਖਾਲਸਾ ਉਹ ਹੈ ਜਿਹੜਾ ਸਰਬ ਲੋਹ ਨਾਲ ਪਿਆਰ ਕਰਦਾ, ਸਰਬ ਲੋਹ ਨੂੰ ਧਾਰਨ ਕਰਦਾ, ਸ਼ਸਤਰ ਸਰਬ ਲੋਹ ਦੇ ਗਾਤਰੇ ਪਾ ਕੇ ਰੱਖਦਾ, ਉਹਨੂੰ ਕਹਿੰਦੇ ਨੇ ਖਾਲਸਾ। ਇਹਨਾਂ ਸ਼ਸਤਰਾਂ ਦੇ ਅਧੀਨ ਖਾਲਸਾ ਜੀ ਸਭ ਕੁਝ ਹੈ। ਹੁਣ ਜਿਹਦੇ ਕੋਲੇ 3 ਗੁਣ ਨੇ ਉਹਨੂੰ ਕਹਿੰਦੇ ਨੇ ਖਾਲਸਾ। ਖਾਲਸਾ ਜੋਗੀ ਵੀ ਹੈ, ਖਾਲਸਾ ਭੋਗੀ ਵੀ ਹੈ, ਤੇ ਖਾਲਸਾ ਸ਼ਸਤਰਧਾਰੀ ਵੀ ਹੈ। ਇਹ 3 ਗੁਣਾਂ ਦੇ ਸਹਿਤ ਬਣਦਾ ਖਾਲਸਾ, 3 ਅੱਖਰਾਂ ਤੋਂ। ਹੁਣ ਇਹੋ ਜਿਹਾ ਜਿਹੜਾ ਖਾਲਸਾ ਹੈ, ਉਹ ਖਾਲਸਾ ਹਮੇਸ਼ਾ ਨਿਰਾਲਾ ਰਹਿੰਦਾ। ਉਹ ਕਦੇ ਬ੍ਰਾਹਮਣਾਂ ਵਾਲੀਆਂ ਰੀਤੀਆਂ ਨੂੰ ਗ੍ਰਹਿਣ ਨਹੀਂ ਕਰਦਾ, ਉਹ ਹਮੇਸ਼ਾ ਨਿਰਾਲਾ ਰਹਿੰਦਾ ਹੈ। ਫਿਰ ਖਾਲਸੇ ਦਾ ਇੱਕ ਅਰਥ ਇਹ ਵੀ ਹੈ, ਉਹ ਜ਼ਮੀਨ ਜਿਹੜੀ ਜ਼ਮੀਨ ਸਿੱਧੀ ਸਰਕਾਰ ਨਾਲ ਸੰਬੰਧ ਰੱਖਦੀ, ਉਹਨੂੰ ਖਾਲਸਾ ਕਹਿੰਦੇ ਨੇ, ਖਾਲਸ ਜ਼ਮੀਨ। ਜਿਹੜੀ ਜ਼ਮੀਨ ਦਾ ਸੰਬੰਧ ਸਿੱਧਾ ਸਰਕਾਰ ਨਾਲ ਹੈ ਔਰ ਉਹਦੇ ਤੇ ਕੋਈ ਸਰਕਾਰੀ ਟੈਕਸ, ਸਰਕਾਰੀ ਮਸੂਲ ਨਹੀਂ ਲੱਗਦਾ, ਕੋਈ ਮਾਮਲਾ ਨਹੀਂ ਲੱਗਦਾ। ਤੇ ਖਾਲਸਾ ਵੀ ਸਿੱਧੀ ਅਕਾਲ ਪੁਰਖ ਦੀ ਫੌਜ ਹੈ, ਇਹਦੇ ਤੇ ਵੀ ਜੰਮ ਜਿਹੜੇ ਨੇ ਜਾਂ ਧਰਮ ਰਾਜਾ ਹੈ, ਉਹ ਕਿਸੇ ਪ੍ਰਕਾਰ ਦਾ ਟੈਕਸ ਮਸੂਲ ਕਰ ਨਹੀਂ ਲਾ ਸਕਦਾ। ਇਸ ਕਰਕੇ ਇਹਨੂੰ ਕਿਹਾ ਜਾਂਦਾ ਖਾਲਸਾ, ਕਿਉਂਕਿ ਇਹਦਾ ਸੰਬੰਧ ਸਿੱਧਾ ਅਕਾਲ ਪੁਰਖ ਨਾਲ ਹੈ, ਪਰਮੇਸ਼ਰ ਨਾਲ। ਇਹੋ ਜਿਹਾ ਜਿਹੜਾ ਖਾਲਸਾ ਹੈ, ਮਹਾਰਾਜ ਜੀ ਕਹਿੰਦੇ ਉਹ ਨਿਆਰਾ ਰਹਿੰਦਾ, ਤੇ ਜਦੋਂ ਤੱਕ ਨਿਆਰਾ ਰਹੇਗਾ ਮੈਂ ਉਹਨੂੰ ਆਪਣਾ ਤੇਜ ਦੇ ਕੇ ਰੱਖਾਂਗਾ, ਆਪਣਾ ਪ੍ਰਤਾਪ ਦੇ ਕੇ ਰੱਖਾਂਗਾ। ਪਰ ਜਦੋਂ ਕਿਤੇ ਬ੍ਰਾਹਮਣਵਾਦੀਆਂ ਰੀਤੀਆਂ ਨੂੰ ਧਾਰ ਲਵੇ, ਧਾਗਿਆਂ ਤਵੀਤਾਂ ਤੇ ਵਿਸ਼ਵਾਸ ਕਰਨ ਲੱਗ ਪਵੇ, ਸ਼ਸਤਰ ਛੱਡ ਦੇਵੇ, ਫਿਰ ਮੈਂ ਇਹਨਾਂ ਦੀ ਕੋਈ ਪ੍ਰਤੀਤ ਨਹੀਂ ਕਰਦਾ। ਮਹਾਰਾਜ ਜੀ ਕਹਿੰਦੇ, ਇਹ ਸ਼ਬਦ ਰਾਗੀ ਸਿੰਘ ਪੜ੍ਹ ਰਹੇ ਸਨ। ਮੈਂ ਇਹ ਵਿਸ਼ਾ ਤਾਂ ਲਿਆ ਕਿਉਂਕਿ ਕੱਲ ਨੂੰ ਵੀ ਖਾਲਸਾ ਸਜਾਇਆ ਜਾਣਾ। ਕੱਲ ਸਵੇਰੇ 11 ਵਜੇ ਖੰਡੇ ਬਾਟੇ ਦੀ ਪੌਲ ਤਿਆਰ ਹੋਣੀ ਹੈ, ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਨੇ ਹਾਲੇ ਅੰਮ੍ਰਿਤ ਨਹੀਂ ਛਕਿਆ, ਉਹ ਖਾਲਸਾ ਸਜੋ ਭਾਈ, ਖੰਡੇ ਬਾਟੇ ਦੀ ਪੌਲ ਛਕ ਕੇ ਸਿੰਘ ਸਜੋ, ਤੇ 13 ਤਰੀਕ ਨੂੰ ਆਪਣਾ ਜਨਮ ਦਿਨ ਖੁਦ ਮਨਾਓ, ਨਹੀਂ ਤਾਂ ਤੁਸੀਂ ਦੂਜਿਆਂ ਦਾ ਹੀ ਮਨਾ ਰਹੇ ਹੋ। ਆਪਣਾ ਮਨਾਓ, ਆਪਣਾ ਅੰਮ੍ਰਿਤਧਾਰੀ ਹੋ ਕੇ ਸਿੰਘ ਸਜੋ, ਖੰਡੇ ਦੀ ਪੌਲ ਛਕੋ। ਮਹਾਰਾਜ ਜੀ ਦੇ ਬਚਨ ਨੇ, ਪੀਵੋ ਪਾਹੁਲ ਖੰਡੇ ਧਾਰ, ਹੋਏ ਜਨਮ ਸੁਹੇਲਾ। ਜਿਹੜਾ ਖੰਡੇ ਦੀ ਪੌਲ ਛਕਦਾ ਉਹਦਾ ਜਨਮ ਸੁਖੀ ਹੋ ਜਾਂਦਾ, ਸੁਹੇਲਾ ਹੋ ਜਾਂਦਾ, ਸੁਖਦਾਈ ਹੋ ਜਾਂਦਾ। ਸੋ ਆਪ ਸਰਬੱਤ ਸੰਗਤਾਂ ਨੇ ਇਹ ਬੇਨਤੀਆਂ ਪ੍ਰਵਾਨ ਕਰ ਲੈਣੀਆਂ। ਧੰਨਵਾਦ, ਕੋਟਾਨ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ। ਫਿਰ ਆਪ ਸਰਬੱਤ ਸੰਗਤਾਂ ਦਾ, ਜਿਨ੍ਹਾਂ ਨੇ ਬੜੇ ਪਿਆਰ ਨਾਲ ਬਹਿ ਕੇ ਬਚਨ ਸੁਣੇ ਨੇ, ਔਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਭਾਈ ਸੁਖਦੇਵ ਸਿੰਘ ਜੀ, ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਭੋਲਾ ਸਿੰਘ ਜੀ ਵੀ ਕਹਿੰਦੇ ਹਾਂ, ਭਾਈ ਲਖਵਿੰਦਰ ਸਿੰਘ ਜੀ, ਹੋਰ ਵੀ ਸਾਰੇ ਵੀਰਾਂ ਦਾ ਮੈਨੂੰ ਨਾਂ ਨਹੀਂ ਪਤਾ, ਕੋਈ ਕੱਲ ਨੂੰ ਮੇਰੇ ਨਾਲ ਮਨ ਦੇ ਵਿੱਚ ਰੰਜ ਕਰੇ ਵੀ ਸਾਡਾ ਨਾਂ ਨਹੀਂ ਲਿਆ। ਆ ਜਿੰਨੇ ਵੀ ਭਾਈ ਸਾਹਿਬ ਹੋਣੀ, ਸੈਕਟਰੀ ਸਾਹਿਬ ਹੋਣੀ, ਸਾਰੀਆਂ ਫੌਜਾਂ ਬੈਠੀਆਂ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਕਿ ਸਤਿਗੁਰੂ ਜੀ ਇਸੇ ਤਰ੍ਹਾਂ ਇਹਨਾਂ ਨੂੰ ਬਲ ਬਖਸ਼ਣ ਤੇ ਗੁਰਮਤਿ ਸਮਾਗਮ ਹੁੰਦੇ ਰਹਿਣ। ਲਾਗ ਤੇ ਦੀਵਾਨ ਰਹਿ, ਗਾਵ ਤੇ ਸੁਜਾਨ ਰਹਿ, ਝੂਲ ਤੇ ਨਿਸ਼ਾਨ ਰਹਿ, ਪੰਥ ਮਹਾਰਾਜ ਕੇ। ਭਾਈ ਅਮਰਜੀਤ ਸਿੰਘ ਜੀ, ਗੁਰਮੁਖ ਪਿਆਰੇ ਭਾਈ ਗੁਰਪ੍ਰੀਤ ਸਿੰਘ ਜੀ, ਕੀਰਤਨੀਏ ਸਿੰਘ ਗੁਰੂ ਸਾਹਿਬ ਦੇ ਦਰਬਾਰ 'ਚ ਪਹੁੰਚੇ ਨੇ। ਉਹਨਾਂ ਨੇ ਹੁਣ ਆਪ ਸਰਬੱਤ ਸੰਗਤ ਦੇ ਦਰਸ਼ਨ ਕਰਨੇ। ਕੀਰਤਨ ਰਾਈ ਪਿਆਰ ਨਾਲ ਬਹਿ ਕੇ ਆਪ ਜੀ ਕੀਰਤਨ ਸਰਵਣ ਕਰੋ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।